ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ। ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਪੰਜਾਬ ਦੇ ਵਿੱਚ ਬਰਗਾੜੀ ਦਾ ਮੋਰਚਾ ਜਿਹੜਾ ਇਹ ਪਿਛਲੇ 228 ਦਿਨਾਂ ਤੋਂ ਚੱਲ ਰਿਹਾ। ਇਹ ਮੋਰਚਾ ਕਈ ਵਾਰ ਸ਼ੁਰੂ ਹੋਇਆ, ਕਈ ਵਾਰ ਖਤਮ ਹੋਇਆ ਤੇ ਇਸ ਸਮੇਂ ਦੇ ਦੌਰਾਨ 2015 ਤੋਂ ਬਾਅਦ ਲਗਭਗ 3 ਸਰਕਾਰਾਂ ਆ ਕੇ ਚਲੇ ਗਈਆਂ, ਪਰ ਉੱਥੇ ਇਨਸਾਫ ਨਹੀਂ ਮਿਲਿਆ। ਤਾਂ ਹੁਣ ਜਿਹੜਾ ਮੋਰਚਾ ਹੈ ਉਸ ਦਾ ਨਾਮ ਉਹਨਾਂ ਬਾਈਬਲ ਇਨਸਾਫ ਮੋਰਚਾ ਰੱਖਿਆ ਹੈ ਤੇ ਉਸ ਦੇ ਵੱਲੋਂ ਸਰਕਾਰ ਨੂੰ 31 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਸੀ ਕਿ ਸਰਕਾਰ ਸਾਨੂੰ ਇਨਸਾਫ ਦੇਵੇ। ਪਰ ਅਸੀਂ ਦੇਖਦੇ ਹਾਂ ਕਿ 31 ਜੁਲਾਈ ਤੱਕ ਇਨਸਾਫ ਨਾ ਮਿਲਣ ਤੋਂ ਬਾਅਦ ਸਰਕਾਰ ਦੇ ਨੁਮਾਇੰਦੇ ਬਕਾਇਦਾ ਉੱਥੇ ਗਏ ਔਰ ਉਹਨਾਂ ਨੇ ਹੋਰ ਸਮੇਂ ਦੀ ਮੰਗ ਕੀਤੀ। ਕੱਲ ਤਾਂ ਵਿਧਾਨ ਸਭਾ ਦੇ ਸਪੀਕਰ ਵੀ ਉੱਥੇ ਪਹੁੰਚੇ ਜਿੱਥੇ ਸੰਗਤ ਦਾ ਇਕੱਠ ਸੀ, ਤਾਂ ਉਹਨਾਂ ਨੇ ਸਮੇਂ ਦੀ ਮੰਗ ਕੀਤੀ, ਪਰ ਸਮਾਂ ਉਹਨਾਂ ਨੇ ਦੇਣ ਤੋਂ ਇਨਕਾਰ ਵਰਗਾ ਕਰਤਾ ਕਿ 15 ਅਗਸਤ ਤੱਕ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ 16 ਅਗਸਤ ਨੂੰ ਦੁਬਾਰਾ ਆਪਣੀ ਸੰਗਤ ਦਾ ਇਕੱਠ ਕਰਾਂਗੇ ਤੇ ਉਸ ਦੇ ਵਿੱਚ ਫੈਸਲਾ ਹੋਏਗਾ ਕਿ ਸੰਘਰਸ਼ ਦੀ ਅਗਲੀ ਰੂਪਰੇਖਾ ਕੀ ਹੋਏਗੀ। ਪਰ ਅਸੀਂ ਦੇਖਦੇ ਹਾਂ ਕਿ ਇਸੇ ਜਿਹੜੀ ਬਰਗਾੜੀ ਦੀਆਂ ਘਟਨਾਵਾਂ ਵਾਪਰੀਆਂ, ਉਸ ਤੋਂ ਬਾਅਦ ਬਾਈਬਲ ਕਲਾਂ, ਕੋਟਕਪੂਰਾ ਦੇ ਗੋਲੀकांड ਹੋਏ, ਤਾਂ ਉਹਨਾਂ ਸਾਰਿਆਂ ਨੇ ਜਿਹੜਾ ਅਕਾਲੀ ਰਾਜਨੀਤੀ ਸੀ ਉਸ ਦੇ ਉੱਤੇ ਬੜਾ ਮਾਰੂ ਅਸਰ ਪਾਇਆ। ਔਰ ਉਸ ਸਮੇਂ ਤੋਂ ਬਾਅਦ ਲਗਾਤਾਰ ਅਕਾਲੀ ਦਲ 2017, 2019, 2022 ਦੀਆਂ ਚੋਣਾਂ ਵਿੱਚ ਜਿਹੜੀ ਉਸ ਦੀ ਹਾਲਤ ਹੋਈ ਤੇ ਹੁਣ ਅਕਾਲੀ ਦਲ ਦੇ ਪ੍ਰਧਾਨ ਨੇ ਜਿਹੜੀ ਸਾਰੀ ਕੋਰ ਕਮੇਟੀ ਭੰਗ ਕਰਤੀ, ਵਰਕਿੰਗ ਕਮੇਟੀ ਭੰਗ ਕਰਤੀ ਤੇ ਸਾਰੇ ਜਿਹੜੇ ਪਾਰਟੀ ਦੇ ਵਿੰਗ ਸੀ ਉਹਨਾਂ ਨੂੰ ਭੰਗ ਕਰਤੀ। ਇਹ ਦੋ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ। ਇਹ ਦੋ ਮੁੱਦਿਆਂ ਤੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ, ਜਿਨ੍ਹਾਂ ਦਾ ਕਈ ਦਹਾਕਿਆਂ ਦਾ ਤਜਰਬਾ ਹੈ ਪੰਜਾਬ ਦੀ ਰਾਜਨੀਤੀ ਨੂੰ, ਉਹ ਬੜਾ ਨੇੜਿਓਂ ਦੇਖਦੇ ਆ। ਇਸ ਦੇ ਉਤਰਾਅ ਚੜਾਅ ਉਹਨਾਂ ਨੇ ਦੇਖੇ ਹੈ ਤੇ ਖਾਸ ਕਰਕੇ ਜਿਹੜੇ ਪੰਜਾਬ 'ਚ ਸਮੇਂ-ਸਮੇਂ ਤੇ ਅੰਦੋਲਨ ਉੱਠੇ ਆ ਉਹਨਾਂ ਨੂੰ ਬੜਾ ਚਸ਼ਮਦੀਦ ਗਵਾਹ ਨੇ। ਔਰ ਉਸ ਦੇ ਸੰਬੰਧ ਵਿੱਚ ਉਹਨਾਂ ਨੇ ਸਿਰਫ ਉਹਨਾਂ ਨੂੰ ਦੇਖਿਆ ਹੀ ਨਹੀਂ, ਉਤਰਾਅ ਚੜਾਵਾਂ ਨੂੰ, ਉਹਨਾਂ ਨੂੰ ਵੱਖ-ਵੱਖ ਅਖਬਾਰਾਂ 'ਚ ਵੱਖ-ਵੱਖ ਥਾਵਾਂ ਤੇ ਰਿਪੋਰਟ ਵੀ ਕੀਤਾ ਤੇ ਉਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਇਹ ਜਿਹੜੇ ਦੋ ਮੁੱਦੇ ਪੰਜਾਬ 'ਚ ਇਸ ਵੇਲੇ ਹੈਗੇ ਨੇ ਔਰ ਖਾਸ ਕਰਕੇ ਸਿੱਖ ਰਾਜਨੀਤੀ ਨਾਲ ਜੁੜੇ ਹੋਏ ਆ, ਉਹਨਾਂ ਦੇ ਬਾਰੇ ਉਹਨਾਂ ਦੀ ਕੀ ਰਾਏ ਹੈ, ਉਹ ਇਸ ਦੇ ਬਾਰੇ ਕੀ ਸੋਚਦੇ ਆ ਤੇ ਇਹ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੀ ਦਿਸ਼ਾ ਅਖਤਿਆਰ ਕਰ ਸਕਦੇ ਆ। ਇਹ ਹਮੀਰ ਸਿੰਘ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਸ਼ੁਕਰੀਆ ਜੰਨੂ ਜੀ, ਬਹੁਤ ਬਹੁਤ ਸ਼ੁਕਰੀਆ। ਹਮੀਰ ਸਿੰਘ ਜੀ, ਇਹ ਜਿਹੜੀ ਸਥਿਤੀ ਬਣੀ ਹੈ, ਖਾਸ ਕਰਕੇ ਜਿਹੜਾ ਬਾਈਬਲ ਇਨਸਾਫ ਮੋਰਚਾ ਹੈ ਉਸ ਦੇ ਆਗੂਆਂ ਨੇ ਜਿਸ ਤਰ੍ਹਾਂ ਕੱਲ ਸਥਿਤੀ ਸਪਸ਼ਟ ਕੀਤੀ ਹੈ ਤੇ ਉਹਨਾਂ ਨੇ ਦੋ ਸ਼ਰਤਾਂ ਰੱਖੀਆਂ। ਇੱਕ ਸ਼ਰਤ ਉਹਨਾਂ ਨੇ ਰੱਖੀ ਹੈ ਕਿ ਜਿਹੜਾ ਤੁਸੀਂ ਨਵਾਂ ਐਡਵੋਕੇਟ ਜਨਰਲ ਲਾਇਆ ਉਹ ਡੇਰਾ ਸਿਰਸਾ ਮੁਖੀ ਦਾ ਵੀ ਵਕੀਲ ਰਿਹਾ ਤੇ ਸਮੇਤ ਸਿੰਘ ਸੈਣੀ ਦਾ ਵੀ ਵਕੀਲ ਰਿਹਾ, ਇਸ ਕਰਕੇ ਉਸ ਨੂੰ ਬਦਲਿਆ ਜਾਵੇ। ਇੱਕ ਸ਼ਰਤ ਉਹਨਾਂ ਨੇ ਇਹ ਰੱਖੀ ਹੈ ਔਰ ਦੂਸਰੀ ਸ਼ਰਤ ਵੀ ਉਹਨਾਂ ਨੇ ਜਿਹੜੀ ਨਾਲ ਲਾਈ ਹੈ ਉਹ ਵੀ ਇਸੇ ਨਾਲ ਹੀ ਜੁੜਦੀ ਹੈ। ਤਾਂ ਇਸ ਕਰਕੇ ਇਸ ਸਾਰੀ ਸਥਿਤੀ ਦੇ ਵਿੱਚ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਔਰ ਇਸ ਦੇ ਕੀ ਆਉਣ ਵਾਲੇ ਸਮੇਂ 'ਚ ਨਤੀਜੇ ਸਾਹਮਣੇ ਆ ਸਕਦੇ? ਜੱਡੂ ਜੀ, ਜਿਹੜਾ ਇਹ ਬਰਗਾੜੀ ਦਾ ਮਾਮਲਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਤੇ ਉਹਦੇ ਬਾਅਦ ਬਾਈਬਲ ਕਲਾਂ ਤੇ ਜਿਹੜਾ ਕੋਟਕਪੂਰੇ ਦਾ ਇੰਸੀਡੈਂਟ ਨੇ, ਇਹ ਬਹੁਤ ਮਹੱਤਵਪੂਰਨ ਪੰਜਾਬ ਲਈ ਇਸੇ ਕਰਕੇ ਨੇ ਕਿਉਂਕਿ ਸੰਵੇਦਨਸ਼ੀਲ ਨੇ ਬਹੁਤ ਜ਼ਿਆਦਾ। ਇੱਕ ਖਾਸ ਵਰਗ ਇਹਦੇ ਨਾਲ ਅਟੈਚਮੈਂਟ ਹੈ, ਬਹੁਤ ਜ਼ਿਆਦਾ ਭਾਰੀ ਅਟੈਚਮੈਂਟ ਹੈ ਔਰ ਇਸੇ ਕਰਕੇ ਸ਼ਾਇਦ ਇਹ ਜਿਹੜਾ ਲਗਾਤਾਰ ਕੰਟੀਨਿਊ ਸਰਕਾਰਾਂ ਨੂੰ ਵੀ ਦਬਾਅ ਦੇ ਅਧੀਨ ਲਗਾਤਾਰ ਰੱਖ ਰਿਹਾ। 2015 ਤੋਂ ਤੁਸੀਂ ਦੇਖੋ ਸ਼ੁਰੂ ਹੋਇਆ ਸੀ ਇਹ। 2015 ਤੋਂ ਲੈ ਕੇ ਅਕਾਲੀ ਦਲ ਕੋਲ ਵੀ ਪੌਣੇ 2 ਸਾਲ ਸੀਗੇ, 1.5 ਸਾਲ ਉਦੋਂ। ਔਰ ਬਾਈਬਲ ਕਲਾਂ ਨੇ ਅਕਾਲੀ ਦਲ ਨੂੰ, ਉਹ ਘਟਨਾ ਨੇ ਅਕਾਲੀ ਦਲ ਤੋਂ ਜਿਹੜਾ ਡੀਜੀਪੀ ਸਮੇਤ ਸਿੰਘ ਸੈਣੀ ਲਾਇਆ ਸੀ ਉਹਨੂੰ ਹਟਵਾਉਣਾ ਪਿਆ। ਉਸੇ ਘਟਨਾ ਨੇ ਉਦੋਂ ਬਾਅਦ ਫਿਰ ਇੱਕ ਕਮਿਸ਼ਨ, ਜਸਟਿਸ ਜੋਰਾ ਸਿੰਘ ਕਮਿਸ਼ਨ ਬਿਠਾਇਆ ਅਕਾਲੀ ਦਲ ਦੀ ਸਰਕਾਰ ਨੇ। ਉਸੇ ਘਟਨਾ ਨੇ ਫਿਰ ਇਹਨਾਂ ਨੂੰ ਮਜਬੂਰ ਕੀਤਾ ਕਿ ਸੀਬੀਆਈ ਨੂੰ ਦੇ ਦਿਓ ਜਾਂਚ, ਤੇ ਸੀਬੀਆਈ ਨੂੰ ਵੀ ਚਲੀ ਗਈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ ਔਰ ਆਪਣੇ ਸਾਹਮਣੇ ਸੀ। ਜਿਹੜਾ ਨਵੰਬਰ 2015 ਚ ਜਾ ਕੇ ਸਰਬੱਤ ਖਾਲਸਾ ਚੁਗਾਵਾਂ ਚੱਬੇ ਜਿਹੜਾ ਹੋਇਆ ਸੀ, ਵੱਡੀ ਗਿਣਤੀ ਚ ਹਜੂਮ ਆਪਣੇ ਆਪ ਉੱਥੇ ਗਿਆ ਸੀਗਾ ਕਿਉਂਕਿ ਉਦੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੋਨੋਂ ਚੀਫ ਮਿਨਿਸਟਰ ਤੇ ਮੁੱਖ ਮੰਤਰੀ
ਫੀਲਡ 'ਚ ਨਹੀਂ ਸੀ ਜਾ ਸਕੇ ਕਾਫੀ ਲੰਮਾ ਸਮਾਂ, ਕਿਉਂਕਿ ਅੰਦੋਲਨ ਇਸ ਲੈਵਲ ਦਾ ਸੀ ਔਰ ਉਹ ਪੀਸਫੁਲ ਅੰਦੋਲਨ ਸੀ। ਲੋਕਾਂ ਨੇ ਖੜ ਕੇ ਜਾਪ ਕਰਨਾ ਜਾਂ ਵੱਡੇ ਪੱਧਰ ਦੇ ਉੱਤੇ ਐਸੀ ਕੋਈ ਉਹਦੇ 'ਚ ਹਿੰਸਕ ਕੋਈ ਗਤੀਵਿਧੀ ਨਹੀਂ ਸੀ। ਔਰ ਪਰ ਉਹ ਫਿਜ਼ਲ ਆਊਟ ਹੋ ਗਿਆ ਸੀ ਇੱਕ ਵਾਰ ਅੰਦੋਲਨ ਚੱਬੇ ਦੇ ਮਾਮਲੇ 'ਚ, ਜਦੋਂ ਉੱਥੇ ਮੇਜਰ ਗੱਲ ਜਿਹੜੀ ਇਨਸਾਫ ਦੀ ਸੀ ਉਹ ਸਾਈਡਲਾਈਨ ਹੋ ਗਈ। ਪੈਰਲਲ ਜਥੇਦਾਰ ਥਾਪਣੇ, ਬਾਕੀ ਦੀਆਂ ਚੀਜ਼ਾਂ ਹੋਰ, ਉਹਦੇ 'ਚੋਂ ਇਮੀਡੀਏਟ ਸਿਆਸਤ ਕੱਢਣ ਦਾ ਜਿਹੜਾ ਤਰੀਕਾ ਚੱਲ ਪਿਆ ਸੀਗਾ ਔਰ ਉੱਥੋਂ ਆਉਂਦੇ ਲੋਕ ਨਿਰਾਸ਼ ਆਏ। ਫਿਰ ਸ਼ਾਇਦ ਉਹਨਾਂ ਨੂੰ ਲੱਗਣ ਲੱਗ ਗਿਆ ਵੀ ਚੱਲ ਇੱਕ ਵਾਰ ਨਿਪਟ ਗਿਆ ਕੰਮ, ਹੁਣ ਤੇ ਸ਼ਾਇਦ ਪਰਦਾ ਪੈ ਗਿਆ, ਮੁੜ ਕੇ ਆਪਾਂ ਐਵੇਂ ਚਲਾ ਲਾਂਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਉਹ ਮੁੱਦਾ ਮੁੜ ਉੱਭਰਦਾ ਰਿਹਾ। 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਵੱਡੇ ਮੁੱਦੇ ਦੇ ਤੌਰ ਤੇ ਫੇਰ ਉੱਭਰਿਆ। ਚਾਹੇ ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਇਹਨੂੰ ਮੇਜਰ ਮੁੱਖ ਮੁੱਦਿਆਂ, ਚਾਹੇ ਉਹ ਨਸ਼ੇ ਦਾ ਮੁੱਦਾ ਸੀ ਜਾਂ ਇਹ ਦੋ ਬੁਨਿਆਦੀ ਮੁੱਦੇ ਸੀ, ਕਿਸਾਨਾਂ ਦਾ ਕਰਜ਼ਾ ਇੱਕ ਅਲੱਗ ਤੇ ਸੁਸਾਈਡ ਦਾ ਮੁੱਦਾ ਉਹਦੇ ਨਾਲ ਤੀਜਾ ਵੱਡਾ ਮੁੱਦਾ ਸੀ, ਔਰ ਇਹਦੇ ਤੇ ਕਿਹਾ ਕਿ ਅਸੀਂ ਇਨਸਾਫ ਦੇਵਾਂਗੇ ਪੱਕੇ ਤੌਰ ਤੇ ਤੁਹਾਨੂੰ, ਔਰ ਜਾਂਚ ਕਰਕੇ ਜਿਹੜੀ ਹਕੀਕਤ ਤੁਹਾਡੇ ਸਾਹਮਣੇ ਲਿਆਵਾਂਗੇ। ਉਹ ਵੀ ਸਰਕਾਰ ਤੋਂ ਨਹੀਂ ਹੋਇਆ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਕਿਸੇ ਵੀ ਟਾਈਪ ਦਾ। ਉਹ ਅਮਰਿੰਦਰ ਸਿੰਘ ਨੂੰ ਬਾਹਰ ਦੀ ਬਜਾਏ, ਬਾਹਰ ਤਾਂ ਚੁਣੌਤੀ ਸੀਗੀ, ਬਾਹਰ ਮੋਰਚਾ ਫਿਰ ਉਹਨਾਂ ਨੇ ਉਠਵਾਉਣ ਤੱਕ ਦੀ ਵੀ ਸਫਲਤਾ ਹਾਸਲ ਕਰ ਲਈ। ਮੋਰਚਾ ਲੱਗਣ ਤੋਂ ਬਾਅਦ ਜਿਹੜਾ ਧਿਆਨ ਸਿੰਘ ਮੰਡ ਉਹਨਾਂ ਦੀ ਅਗਵਾਈ 'ਚ ਲੱਗਿਆ ਸੀ। ਪਰ ਕਾਂਗਰਸ ਦੇ ਅੰਦਰ ਬਗਾਵਤ ਜ਼ਰੂਰ ਹੋਈ ਕਿ ਅਸੀਂ ਬਹਿਬਲਪੁਰ ਦੀ ਕਮਿਟਮੈਂਟ ਨਾਲ ਗਏ ਸੀਗੇ ਤੇ ਮੁੜ ਕੇ ਕਿਵੇਂ ਜਾਵਾਂਗੇ। ਅਮਰਿੰਦਰ ਸਿੰਘ ਖਿਲਾਫ ਜਿਹੜੀ ਬਗਾਵਤ ਹੋਈ ਅੰਦਰੋਂ, ਉਹਦੇ ਵਿੱਚ ਇਹ ਵੀ ਮੁੱਦਾ ਬੜਾ ਵੱਡਾ ਮੁੱਦਾ ਸੀ ਹੋਰਾਂ ਗੱਲਾਂ ਦੇ ਨਾਲ ਦੀ ਨਾਲ। ਉਹ ਸਰਕਾਰ ਚਲੀ ਗਈ, ਚੰਨੀ ਸਰਕਾਰ ਆ ਗਈ। ਫਿਰ ਚੰਨੀ ਸਰਕਾਰ ਦਾ ਇਹ ਹੋਇਆ ਕਿ ਜੀ ਅਸੀਂ ਇਨਸਾਫ ਦੇਵਾਂਗੇ। ਉਹਦੇ ਤੇ ਵੀ ਤੁਸੀਂ ਦੇਖੋ ਐਡਵੋਕੇਟ ਜਨਰਲ ਦਾ ਰੌਲਾ ਪਿਆ ਸੀ। ਚੰਨੀ ਨੇ ਐਡਵੋਕੇਟ ਜਨਰਲ ਆਪਦਾ ਲਾਇਆ ਸੀ APS ਦਿਓਲ। ਉਦੋਂ ਨਵਜੋਤ ਸਿੱਧੂ ਉਹਨਾਂ ਨੇ ਸਭ ਨੇ ਕਿਹਾ ਕਿ ਇਹ ਤਾਂ ਬਹਿਬਲ ਕਲਾਂ 'ਚ ਵੀ ਪੁਲਿਸ ਵਾਲਿਆਂ ਦਾ ਵਕੀਲ ਸੀ, ਬਾਕੀ ਜਗ੍ਹਾ ਵੀ ਇਹ ਉਧਰ ਸੀ, ਇਸ ਲਈ ਇਹ ਐਡਵੋਕੇਟ ਜਨਰਲ ਨਹੀਂ ਪੁੱਗਦਾ, ਲੋਕ ਸਾਨੂੰ ਮਾਫ ਨਹੀਂ ਕਰਨਗੇ। ਉਹ ਅੰਡਰ ਪ੍ਰੈਸ਼ਰ ਉਹਨਾਂ ਨੂੰ ਹਟਾਉਣਾ ਪਿਆ ਤੇ ਫਿਰ ਪਟਵਾਲੀਆ ਲੈ ਜਾਂਦੇ, DS ਪਟਵਾਲੀਆ ਮਤਲਬ ਐਜ ਏ ਐਡਵੋਕੇਟ ਜਨਰਲ ਕੇ ਹੁਣ ਦੇਖਿਓ ਜੀ ਤੁਸੀਂ ਇਹਦੇ ਨਾਲ ਸਾਡਾ ਇਨਸਾਫ ਦਾ ਜਿਹੜਾ ਪੂਰਾ ਹੋਏਗਾ। ਪਰ ਇਨ ਦੀ ਮੀਨ ਟਾਈਮ ਕਿਉਂਕਿ 112 ਦਿਨ 11-12 ਦਿਨ ਮਿਲੇ ਚੰਨੀ ਦੇ ਉਹ ਸਾਰੇ ਮਾਮਲੇ ਨੂੰ, ਅਸਲ 'ਚ ਮਾਮਲਾ ਤਾਂ ਇਕੱਲੇ ਐਡਵੋਕੇਟ ਜਨਰਲ ਨੇ ਨਹੀਂ ਸੀ ਹੱਲ ਕਰਨਾ, ਇਨਵੈਸਟੀਗੇਸ਼ਨ ਏਜੰਸੀਆਂ ਦਾ ਸਵਾਲ ਸੀ, ਬਾਕੀ ਚੀਜ਼ਾਂ ਸੀ, ਹੋਰ ਕਿੰਨਾ ਹੀ ਕੁਝ ਜੁੜਿਆ ਹੋਇਆ। ਤੇ ਇਹ ਸਰਕਾਰ ਨੇ ਵੀ ਲੋਕਾਂ ਨਾਲ ਵਾਅਦਾ ਕੀਤਾ ਸੀ, ਆਮ ਆਦਮੀ ਪਾਰਟੀ ਦੀ ਨੇ ਵੀ, ਕਿ ਅਸੀਂ ਬਹਿਬਲ ਕਲਾਂ ਦਾ ਤੇ ਬਾਕੀ ਦਾ ਇਨਸਾਫ ਹਕੀਕਤ ਦੇ ਵਿੱਚ ਦੇਵਾਂਗੇ। ਪਰ ਜਿਹੜੀਆਂ ਉਹਨਾਂ ਦਾ ਕੋਈ ਮਿਲਣੀ ਹੋਈ ਇਸ ਸਰਕਾਰ ਨਾਲ ਵੀ, ਬਾਕੀ ਨਾਲ ਗੱਲਬਾਤ ਹੁੰਦੀ ਰਹੀ, ਤਾਂ ਮੈਨੂੰ ਲੱਗਦਾ ਉਹ ਸਾਰੇ ਬੰਦਿਆਂ ਨੂੰ ਇਹ ਹੋ ਗਿਆ ਕਿ ਨਹੀਂ, ਮੁਸ਼ਕਲ ਕੰਮ ਹੈ ਇਸ ਸਰਕਾਰ ਤੋਂ ਵੀ। ਬਲਕਿ ਆ 228 ਦਿਨ ਦਾ ਮੋਰਚਾ ਤਾਂ ਚੱਲ ਹੀ ਰਿਹਾ ਸੀ, ਕੰਟੀਨਿਊ ਕਰ ਰਿਹਾ ਸੀ, ਦਬਾਅ ਵੀ ਲਗਾਤਾਰ ਸੀ। ਹੁਣ ਇੱਕ ਜਿਹੜਾ ਐਡਵੋਕੇਟ ਜਨਰਲ ਦਾ ਇੱਕ ਕ੍ਰਾਈਸਿਸ ਆਇਆ, ਇਹੀ ਜਿਹੜਾ ਚੰਨੀ ਸਰਕਾਰ ਨੇ ਵੀ ਐਡਵੋਕੇਟ ਜਨਰਲ ਦਾ ਇੱਕ ਭੁਗਤਿਆ ਸੀ ਕਿਉਂਕਿ ਉਹਨੂੰ ਹਟਾਉਣਾ ਪੈ ਗਿਆ, ਤੇ ਹੁਣ ਇਹ ਨਵਾਂ ਆ ਗਿਆ। ਨਵੇਂ 'ਚ ਥੋੜੀ ਦੇਰ ਲਈ 2 ਦਿਨ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੋਚਿਆ ਵੀ, ਫਿਰ ਸੋਚ ਸਮਝ ਕੇ ਇਹ ਕਹਿੰਦਾ ਇਹੀ ਰਹਿਣਗੇ ਜੀ, ਮਿਸਟਰ ਘਈ ਰਹਿਣਗੇ ਸਾਡੇ ਐਡਵੋਕੇਟ ਜਨਰਲ, ਅਸੀਂ ਹਟਾਉਣਾ ਨਹੀਂ ਹੈ। ਕਿਉਂਕਿ ਵਕੀਲ ਤਾਂ ਕਿਸੇ ਦਾ ਵੀ ਹੋ ਸਕਦਾ ਹੁੰਦਾ, ਉਹਨਾਂ ਦਾ ਦਲੀਲ ਇਹ ਹੈ ਕਿ ਪ੍ਰੋਫੈਸ਼ਨਲੀ ਪੇਸ਼ੇ ਦੇ ਤੌਰ ਤੇ ਵਕੀਲ ਕਿਸੇ ਦਾ ਵੀ ਹੋ ਸਕਦਾ ਹੈ, ਇਸ ਕਰਕੇ ਇਹ ਕੋਈ ਹਰਜ ਨਹੀਂ ਹੈ ਤੇ ਅਸੀਂ ਬਾਕੀ ਦੇ ਮਾਮਲੇ 'ਚ ਇਨਸਾਫ ਦਿਆਂਗੇ। ਤੇ ਜਦੋਂ ਇਹ ਐਡਵੋਕੇਟ ਜਨਰਲ ਇਹਨਾਂ ਨੇ ਲਾਤਾ, ਹੁਣ ਫਾਈਨਲ ਫੈਸਲਾ ਕਰ ਲਿਆ, ਤੇ ਬਹਿਬਲ ਕਲਾਂ ਮੋਰਚਾ ਨੇ ਇਹ ਕਿਹਾ ਕਿ ਇਹਨੂੰ ਹਟਾਏ ਬਿਨਾਂ ਸਾਡਾ ਇਨਸਾਫ ਨਹੀਂ ਹੈ। ਹੁਣ ਇਹਦੇ 2-3 ਸਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਅਜੇ ਵੀ ਜਵਾਬ ਦੇਣੇ ਪੈਣਗੇ। ਮੰਨ ਲਓ ਇੱਕ ਹਾਈ ਕੋਰਟ 'ਚ ਕੇਸ ਚਲਾ ਜਾਂਦਾ ਜਾਂ ਕਿਸੇ ਵੀ ਅਦਾਲਤ 'ਚ ਕੇਸ ਚਲਾ ਜਾਂਦਾ, ਤੇ ਜੱਜ ਆਪਣੇ ਆਪ ਨੂੰ ਰਿਕਿਊਜ਼ ਕਰ ਜਾਂਦੇ ਨੇ ਇਸ ਕਰਕੇ ਕਈ ਵਾਰ ਕਿ ਮੈਂ ਇਹਦਾ ਕਦੇ ਵਕੀਲ ਰਿਹਾ ਸੀ, ਮੈਂ ਕਦੇ ਕੋਈ ਗੱਲ ਸੀ। ਆਪਣੇ ਸਾਹਮਣੇ ਆ ਵਿਕਰਮ ਮਜੀਠੀਆ ਦੇ ਕੇਸ 'ਚ 2 ਜੱਜ ਹਟ ਗਏ, ਜਾਂ ਹੋਰਾਂ ਮਾਮਲਿਆਂ 'ਚ ਵੀ ਹਟਦੇ ਨੇ। ਉਹਨਾਂ ਦਾ ਮਤਲਬ ਇਹ ਹੁੰਦਾ ਕਿ ਕੱਲਾ ਇਨਸਾਫ ਹੈ ਨਾ ਹੋਵੇ, ਉਹ ਇਹ ਨਹੀਂ ਕਿ ਉਹ ਜੱਜ ਇਨਸਾਫ ਨਹੀਂ ਦੇਣਾ ਚਾਹੁੰਦੇ ਜਾਂ ਉਹਨਾਂ ਦੀ ਕੋਈ ਨੀਅਤ ਤੇ ਸ਼ੱਕ ਹੈ, ਪਰ ਇੱਕ ਇਹੋ ਜਿਹਾ ਇੱਕ ਪ੍ਰੋਟੋਕੋਲ ਬਣਾ ਲਿਆ ਕੋਰਟਾਂ ਨੇ ਵੀ ਇਹ ਵੀ ਨਾ ਲੱਗੇ ਕਿ ਕੋਈ ਇਲਜ਼ਾਮ ਨਾ ਲਾ ਸਕੇ, ਚਾਹੇ ਜਿਹੜੇ ਵੀ ਕੋਈ ਫੈਸਲਾ ਆਊਗਾ ਕੋਈ ਕਿਤੇ ਇਹ ਨਾ ਕਹਿ ਸਕੇ ਕਿ ਦੇਖੋ ਜੀ ਇਹਦੇ 'ਚ ਤਾਂ ਪੁਰਾਣੀ ਇਹਨਾਂ ਦਾ ਕੋਈ ਲਿੰਕ ਸੀ। ਮੋਰਲ ਰਿਸਪੌਂਸਿਬਿਲਿਟੀ ਦੇ ਤੌਰ ਤੇ ਉਹਨਾਂ ਨੇ ਇਦਾਂ ਦਾ ਹਾਂ, ਇਖਲਾਕੀ ਇੱਕ ਉਹਨੂੰ ਪੈਰਾਮੀਟਰ ਬਣਾ ਲਿਆ, ਇੱਕ ਮਾਪਦੰਡ ਬਣਾ ਲਿਆ ਵੀ ਚਲੋ ਆਪਾਂ ਇਹ ਕਰਦੇ ਆ। ਸੁਪਰੀਮ ਕੋਰਟ 'ਚ ਵੀ ਨਾਰਮਲੀ ਹੁੰਦਾ, ਹਾਈ ਕੋਰਟਾਂ 'ਚ ਵੀ ਨਾਰਮਲੀ ਹੁੰਦਾ, ਜੱਜ ਉਹ ਚੋਂ ਪਿੱਛੇ ਹਟ ਜਾਂਦੇ ਨੇ ਜਿਹਦਾ ਵੀ ਕੋਈ ਸੰਬੰਧ ਕਿਸੇ ਨਾ ਕਿਸੇ ਰੂਪ 'ਚ ਰਿਹਾ ਹੋਵੇ। ਇੱਕ ਤਾਂ ਕੀ ਉਹ ਦਲੀਲ ਐਡਵੋਕੇਟ ਜਨਰਲ ਤੇ ਲਾਗੂ ਨਹੀਂ ਹੁੰਦੀ ਕਿਉਂਕਿ ਉਹ ਵੀ ਉਸ ਜੁਡੀਸ਼ਰੀ ਦਾ, ਉਸ ਨਿਆਂ ਪ੍ਰਣਾਲੀ ਦਾ ਇੱਕ ਹਿੱਸੇ ਦੇ ਤੌਰ ਤੇ ਆਉਂਦੇ ਨੇ। ਤੇ ਦੂਜਾ ਸਵਾਲ ਉਹਦੇ 'ਚ ਇਹ ਹੁੰਦਾ ਹੈ, ਜਿਹੜਾ ਪਿਛਲੇ ਦਿਨਾਂ 'ਚੋਂ ਜਿੰਨੇ ਪੱਤਰਕਾਰਾਂ ਨੇ ਗੱਲਾਂ ਬਾਤਾਂ ਕੀਤੀਆਂ ਨੇੜਲੇ ਵਕੀਲਾਂ ਨਾਲ, ਹੋਰਾਂ ਨਾਲ, ਸਾਰਿਆਂ ਨਾਲ, ਉਹ ਇਹ ਕਹਿੰਦੇ ਨੇ ਕਿ ਇਖਲਾਕੀ ਤੌਰ ਤੇ ਵੀ
ਜਦੋਂ ਕਿਸੇ ਇੱਕ ਧਿਰ ਦੇ ਕੇਸ 'ਚ ਕੋਈ ਵਕੀਲ ਆਪ ਵੀ ਅਪੀਅਰ ਹੋਇਆ ਹੁੰਦਾ ਹੈ, ਉਹ ਦੂਜੀ ਧਿਰ ਦੇ ਪੱਖ 'ਚ ਉਸੇ ਕੇਸ 'ਚ ਅਪੀਅਰ ਨਹੀਂ ਹੋ ਸਕਦਾ ਹੁੰਦਾ, ਜਾਂ ਹੁੰਦਾ ਨਹੀਂ ਹੈ ਕਦੇ ਵੀ ਨਾਰਮਲੀ, ਜੀ ਕਿਉਂਕਿ ਉਹ ਲੱਗਦਾ ਕਿ ਉਹ ਦਲੀਲਾਂ ਨੇ। ਤੇ ਕੀ ਹੁਣ ਫਿਰ ਜਿਹੜੇ ਸਾਰੇ ਕੇਸ ਚੱਲਦੇ ਨੇ ਐਡਵੋਕੇਟ ਜਨਰਲ, ਇਹਨਾਂ ਸਾਰੇ ਮਾਮਲਿਆਂ 'ਚ ਮੇਜਰ ਮੁੱਦੇ ਤਾਂ ਇਹੀ ਨੇ ਸਰਕਾਰ ਦੇ, ਇਹਦੇ 'ਚ ਅਪੀਅਰ ਨਹੀਂ ਹੋਣਗੇ। ਤੇ ਜੇ ਉਹ ਪਰ ਇਹ ਸਰਕਾਰ ਕੋਲ ਇਹ ਤਾਂ ਹੈ ਨਾ ਜੀ ਕਿ ਜਿਹੜੇ ਉਦੋਂ ਇਨਕੁਆਇਰੀ ਅਫਸਰ ਸੀਗੇ, ਜਿਹੜੇ ਆਈਜੀ ਸੀਗੇ ਕੰਵਰ ਵਿਜੇਪਾਲ ਸਿੰਘ, ਉਹ ਇਹਨਾਂ ਦੇ ਨਾਲ ਨੇ, ਉਹ ਸਾਰਾ ਕਹਿ ਵੀ ਰਹੇ ਆ, ਉਹਨਾਂ ਨੇ ਬਾਰ-ਬਾਰ ਇਸ ਮਾਮਲੇ ਨੂੰ ਉਠਾਇਆ ਵੀ ਹੈ ਕਿ ਇਸ ਮਾਮਲੇ 'ਚ ਆਹ ਕੁਝ ਹੋ ਸਕਦਾ ਹੈ, ਪਰ ਉਹਨਾਂ ਦੀ ਸਰਕਾਰ ਉਹਨਾਂ ਦੀ ਗੱਲ ਤੇ ਕੋਈ ਕੰਨ ਨਹੀਂ ਧਰ ਰਹੀ। ਹਾਂ, ਉਹੀ ਗੱਲ ਮੈਂ ਕਰ ਰਿਹਾ ਕਿ ਜਿਹੜੇ ਐਡਵੋਕੇਟ ਜਨਰਲ ਦੀ ਗੱਲ, ਦੂਜੀ ਗੱਲ ਇਹ ਆ ਗਈ ਹੈ ਕਿ ਉਹ ਖੁਦ ਵੀ ਵਕੀਲ ਵੱਡੇ ਸਾਰੇ ਕਹਿੰਦੇ ਨੇ ਕਿ ਜਿਹੜੇ ਇੱਕ ਪਾਸੇ ਤੁਸੀਂ ਇੱਕ ਵਾਰ ਅਪੀਅਰ ਹੋ ਗਏ ਤਾਂ ਮੁੜ ਕੇ ਦੂਜੇ ਪਾਸੇ ਨਹੀਂ ਜਾਂਦੇ। ਇਹ ਇੱਕ ਉਹਨਾਂ ਦਾ ਵੀ ਇੱਕ ਦਾਇਰਾ ਹੈ ਕਿ ਇਖਲਾਕ ਹੈ ਉਸ ਲੈਵਲ ਦੇ। ਇਹਦਾ ਮਤਲਬ ਐਡਵੋਕੇਟ ਜਨਰਲ ਫਿਰ ਸਰਕਾਰੀ ਸਾਈਡ ਤੋਂ ਇਹਨਾਂ ਸਾਰੇ ਕੇਸਾਂ 'ਚ ਅਪੀਅਰ ਨਹੀਂ ਹੋਣਗੇ। ਤੇ ਜੇ ਬਾਕੀ ਦੇ ਬੰਦਿਆਂ ਨੂੰ ਤਿਆਰੀ ਕਰਾਉਣਗੇ, ਮੇਨ ਗੱਲ ਉਹਨਾਂ ਦੀ ਹੈ, ਤਾਂ ਤਿਆਰੀ ਦੇ ਵਿੱਚ ਵੀ ਤਾਂ ਉਹਨਾਂ ਦਾ ਹੀ ਮੇਨ ਰੋਲ ਹੋਏਗਾ। ਜਿਹੜੇ ਵਕੀਲ ਨੂੰ ਲਾਉਣਗੇ, ਕਿਹਨੂੰ ਲਿਆਉਣਾ, ਕਿਹਨੂੰ ਨਹੀਂ ਲਿਆਉਣਾ, ਕਿਹੜੀ ਦਲੀਲ ਘੜਨੀ ਆਪਾਂ ਉਸ ਸਾਰੇ ਮਾਮਲੇ ਦੇ ਵਿੱਚ, ਇਹ ਸਵਾਲ ਤਾਂ ਖੜੇ ਹੀ ਨੇ। ਇਹਨਾਂ ਦਾ ਕੋਈ ਦਰੁਸਤ ਜਵਾਬ ਜਾਂ ਉਸ ਲੈਵਲ ਦਾ ਨਹੀਂ ਹੈ। ਤੇ ਹੁਣ ਦੂਜਾ ਸਵਾਲ ਇਹ ਹੈ ਕਿ ਅੱਗੇ ਫੇਰ ਬਾਈਬਲ ਕਲਾ ਨੂੰ ਉਠਾਉਂਦੇ ਕਿਉਂ ਨਹੀਂ? ਜਿਵੇਂ ਕੁੰਵਰ ਵਿਜੇ ਪ੍ਰਤਾਪ ਨੇ ਵਿਧਾਨ ਸਭਾ ਦੇ ਵਿੱਚ ਇੱਕ ਪੁਆਇੰਟ ਆਊਟ ਕੀਤਾ ਸੀ ਆਪਣੀ ਆਮ ਆਦਮੀ ਪਾਰਟੀ ਦਾ ਹੁੰਦੇ ਹੋਏ ਵੀ ਘੱਟੋ ਘੱਟ 10 ਮਿੰਟ ਤਾਂ ਘੱਟੋ ਘੱਟ ਮੈਨੂੰ ਦੇ ਦਿਓ, ਅੱਧੇ ਘੰਟੇ ਦੀ ਬਹਿਸ ਕਰਾ ਲਈਏ ਆਪਾਂ ਇਹ ਸਾਰੇ ਮੁੱਦੇ ਤੇ, ਤਾਂ ਕਿ ਇਹਦੇ ਤੇ ਇੱਕ ਸਰਵਸੰਮਤੀ ਹੋ ਜਾਏ ਵੀ ਆਪਾਂ ਇਹਦੇ 'ਚ ਇਨਸਾਫ ਲੈਣਾ ਹੈ ਤੇ ਕਿਵੇਂ ਲੈਣਾ, ਕੀ ਮਾਮਲੇ ਨੇ, ਤੱਥ ਵਿਧਾਨ ਸਭਾ ਦੇ ਸਾਹਮਣੇ ਵੀ ਆ ਜਾਣ। ਕਿਉਂਕਿ ਵਿਧਾਨ ਸਭਾ ਦੇ ਮਾਮਲੇ ਦੇ ਵਿੱਚ ਹੈ ਤੇ ਉਹਦੀ ਨਹੀਂ ਸੁਣੀ ਗਈ, ਇਸੇ ਕਰਕੇ ਬਾਅਦ 'ਚ ਮੀਡੀਆ 'ਚ ਰੌਲਾ ਵੀ ਪਿਆ। ਉਹਨੇ ਆਪ ਵੀ ਇੰਟਰਵਿਊਆਂ ਦਿੱਤੀਆਂ ਕਿੰਨੇ ਮਾਮਲਿਆਂ ਦੇ ਵਿੱਚ ਵੀ ਹਾਂ ਕਿ ਮੈਂ ਚਾਹੁੰਦਾ ਸੀ ਕਿ ਇਹਦੇ ਤੇ ਜਿਹੜੇ ਤੱਥ ਨੇ ਉਸ ਲੈਵਲ ਤੇ ਦਿੱਤੇ ਜਾਣ, ਕਿਉਂਕਿ ਉਹ ਇਹ ਵੀ ਚਾਹੁੰਦਾ ਸੀ ਕਿ ਜਿਹੜੀ ਹਾਈ ਕੋਰਟ ਨੇ ਉਹਦੀ ਰਿਪੋਰਟ ਰਿਜੈਕਟ ਕੀਤੀ ਆ, ਉਹਦੇ ਤੱਥ ਕੀ ਨੇ, ਉਹ ਬਾਕੀ ਅਦਾਲਤਾਂ 'ਚ ਗਏ ਨੇ ਨਹੀਂ ਗਏ, ਇੱਕ ਚਲਾਨ ਦੇ ਰੂਪ ਦੇ ਵਿੱਚ ਉਹਦਾ ਹਿੱਸਾ ਹੈਗੇ ਨੇ ਜਾਂ ਨਹੀਂ ਹੈਗੇ, ਇਹ ਸਾਰੀਆਂ ਚੀਜ਼ਾਂ ਵੀ ਚਰਚਾ 'ਚ ਆਉਣੀਆਂ ਚਾਹੀਦੀਆਂ ਨੇ ਜੇ ਸਰਕਾਰ ਚਾਹੁੰਦੀ ਹੈ ਕਿ ਹਾਂ ਵਾਕਈ ਇਨਸਾਫ ਅਸੀਂ ਦੇਵਾਂਗੇ ਜਾਂ ਬਾਕੀ ਹੈ। ਪਰ ਸਰਕਾਰ ਨੇ ਇਹਦੇ ਤੋਂ ਟਾਲਾ ਵੱਟਿਆ ਤੇ ਚਰਚਾ ਨਹੀਂ ਕਰਾਈ, ਔਰ ਇਸੇ ਕਰਕੇ ਬਾਰ-ਬਾਰ ਲੋਕ ਕੁੰਵਰ ਵਿਜੇ ਪ੍ਰਤਾਪ ਦਾ ਤਾਂ ਵੱਖ-ਵੱਖ ਜਗ੍ਹਾ ਪੰਥਕ ਜਥੇਬੰਦੀਆਂ ਸਨਮਾਨ ਕਰ ਰਹੀਆਂ ਨੇ ਕਿ ਤੁਸੀਂ ਫਿਰ ਵੀ ਇਹ ਆਵਾਜ਼ ਉਠਾਈ ਹੈ, ਪਰ ਬਾਕੀ ਜਗ੍ਹਾ ਨਹੀਂ। ਜੇ ਆਪਾਂ ਕੱਲ ਦਾ ਫੰਕਸ਼ਨ ਵੀ ਦੇਖੀਏ, ਕੁਲਤਾਰ ਸਿੰਘ ਸੰਧਵਾ ਨੂੰ ਗਏ ਬੀਇੰਗ ਏ ਸਪੀਕਰ, ਉੱਥੇ ਉਹਨਾਂ ਨੇ ਕਲੀਅਰ ਕਿਹਾ ਬੁਲਾਰਿਆਂ ਨੇ ਜਾਂ ਜਿਹੜੇ ਪ੍ਰਬੰਧਕ ਸੀ ਕਿ ਦੇਖੋ ਜਾਂ ਤਾਂ ਇਨਸਾਫ ਦਵਾ ਦਿਓ, ਨਹੀਂ ਫਿਰ ਇਹ ਕੁਰਸੀਆਂ ਛੱਡ ਦਿਓ। ਦੋਨੋਂ ਹੀ ਗੱਲਾਂ ਨੇ ਸੰਧਵਾ ਦੇ ਬੈਠੇ ਕਿਹਾ, ਔਰ ਸੰਧਵਾ ਉਹਨਾਂ ਨੇ ਵੀ ਖੁਦ ਕਿਹਾ ਕਿ ਜਿਹੜਿਆਂ ਦੇ ਤੁਸੀਂ ਨਾਮ ਲੈ ਰਹੇ ਹੋ, ਉੱਥੇ ਉਹਨਾਂ ਨੇ ਨਾਮ ਲਏ ਨੇ, ਨਾਮ ਇਹ ਲਏ ਨੇ ਕਿ ਰਾਘਵ ਚੱਡੇ ਨੂੰ ਕੀ ਪਤਾ ਕਿ ਦਰਦ ਕੀ ਹੈ, ਨਾ ਉਹਨੂੰ ਸਿੱਖੀ ਨਾਲ ਨਾ ਪੰਜਾਬ ਨਾਲ, ਤੇ ਉਹਨੇ ਇਨਸਾਫ ਨਹੀਂ ਦੇਣਾ। ਕੇਜਰੀਵਾਲ ਨੂੰ ਕੀ ਪਤਾ, ਉਹ ਕਹਿੰਦੇ ਤੁਹਾਨੂੰ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਤੁਸੀਂ ਸਾਡੇ ਚਾਹੁੰਦੇ ਵੀ ਹੋ ਤੇ ਤੁਸੀਂ ਜਾਣਦੇ ਵੀ ਹੋ, ਤੁਹਾਨੂੰ ਇਹ ਸੰਵੇਦਨਾ ਦਾ ਵੀ ਪਤਾ, ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਵੀ ਜੁੜੇ ਹੋਏ ਹੋ, ਇਸ ਕਰਕੇ ਕੁਰਸੀਆਂ ਵੀ ਉਸ ਇਲਾਕੇ ਨਾਲ ਵੀ ਜੁੜੇ ਹੋਏ ਆ, ਇਲਾਕੇ ਨਾਲ ਵੀ ਜੁੜੇ ਨੇ, ਪਹਿਲਾਂ ਵੀ ਜਾਂਦੇ ਰਹੇ ਨੇ ਤੇ ਹੁਣ ਵੀ ਜਾਂਦੇ ਰਹੇ ਨੇ। ਇਸੇ ਕਰਕੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਬੋਲਣ ਦਾ ਵੀ ਮੌਕਾ ਦੇ ਰਹੇ ਹਾਂ ਤੇ ਤੁਹਾਡੇ ਤੋਂ ਇਹ ਮੰਗ ਵੀ ਜਾਂ ਤਾਂ ਟਾਈਮ ਮਤਲਬ ਤੁਸੀਂ ਸਾਨੂੰ ਇਹ ਕਰਵਾ ਦਿਓ ਜਾਂ ਕੁਰਸੀਆਂ ਛੱਡ ਦਿਓ ਜਾਂ ਇਨਸਾਫ ਦਵਾ ਦਿਓ। ਫਿਰ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਇਹ ਸਾਰਾ ਕੁਝ ਕਿਹਾ ਕਿ ਇਨਸਾਫ ਮਿਲਣਾ ਚਾਹੀਦਾ। ਮੈਂ ਉਹ ਸਾਰੇ ਬੰਦਿਆਂ ਨੂੰ ਜਿਨ੍ਹਾਂ ਦੇ ਤੁਹਾਡੇ ਨਾਂ ਲਏ ਨੇ ਤੁਸੀਂ, ਮੈਂ ਕਹਿ ਕੇ ਆਏ ਆ ਇਹ ਗੱਲਾਂ ਕਿ ਆਹ ਇਨਸਾਫ ਦੇਣਾ ਪਏਗਾ, ਪਰ ਸਵਾਲ ਇਹ ਹੈ ਉਹ ਕਹਿੰਦੇ ਵੀ ਸਮਾਂ ਲੱਗੂਗਾ, ਸਾਨੂੰ ਸਮਾਂ ਦਿਓ। ਸਮਾਂ ਉਹ ਕਹਿੰਦੇ ਸੰਗਤ ਦੇ ਜਿੰਨਾ ਕੁ ਦੇਣਾ ਚਾਹੁੰਦੀ ਹੈ, ਤੇ ਮੈਂ ਨਹੀਂ ਕਹਿੰਦਾ ਕਿੰਨਾ ਦੇਣਾ। ਹੁਣ ਸੰਗਤ ਨੇ ਬਾਅਦ ਦੇ ਵਿੱਚ ਇੱਕ ਅਨਾਉਂਸ ਕਰਤਾ ਉਦੋਂ ਬਾਅਦ ਕਿ ਆਪਾਂ 15 ਦਿਨਾਂ ਬਾਅਦ ਫਿਰ ਕੱਟ ਕਰਾਂਗੇ, ਤੇ ਉਹ ਕਹਿੰਦੇ ਵੀ ਹਰ 15 ਦਿਨੀ ਸਹਿਜ ਪਾਠ ਰੱਖ ਕੇ ਭੋਗ ਪਾ ਕੇ ਅਸੀਂ ਇੱਕ ਮੋਬਿਲਾਈਜੇਸ਼ਨ ਕਰਾਂਗੇ। ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਇਹ ਮੋਰਚਾ ਲਗਾਤਾਰ ਅਸੀਂ ਇਹਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗੇ। ਇਹ ਐਲਾਨ ਹੈ ਅਸਲ 'ਚ ਉੱਥੇ। ਅਗਲਾ ਐਲਾਨ 15 ਅਗਸਤ ਦਾ ਆਏਗਾ। ਹੁਣ ਇਹ ਸਰਕਾਰ ਤੇ ਇੱਕ ਵੱਡੇ ਪ੍ਰੈਸ਼ਰ ਦੇ ਰੂਪ 'ਚ, ਦਬਾਅ ਦੇ ਰੂਪ 'ਚ ਰਹਿ ਗਈ ਉਹਨਾਂ ਦੀਆਂ ਮੰਗਾਂ ਵੀ। ਕੀ ਸਰਕਾਰ ਐਡਵੋਕੇਟ ਜਨਰਲ ਨੂੰ ਹੁਣ ਬਦਲ ਸਕਦੀ ਹੈ? ਬਦਲਦੀ ਹੈ ਤਾਂ ਉਹਦੀ ਰਿਟ ਦਾ ਸਵਾਲ ਹੈ। ਸਰਕਾਰ ਦੇ ਵਿੱਚ ਕਲੀਅਰ ਕੱਟ ਮੈਂਡੇਟ ਮੈਸੇਜ ਜਿਹੜਾ ਇਹ ਹੈ ਕਿ ਜਦੋਂ ਅਨਮੋਲ ਰਤਨ ਸਿੱਧੂ ਨੂੰ ਹਟਾਇਆ ਹੈ ਔਰ 19 ਜੁਲਾਈ ਨੂੰ ਉਹਨੇ ਅਸਤੀਫਾ ਦਿੱਤਾ ਸੀ, ਭਗਵੰਤ ਮਾਨ ਉਹਨਾਂ ਨੇ ਉਹਦਾ ਅਸਤੀਫਾ ਰੋਕ ਕੇ ਰੱਖਿਆ ਕੁਝ ਦੇਰ, ਸ਼ਾਇਦ ਆਪਣੀ ਪਾਰਟੀ 'ਚ ਚਰਚਾ ਵੀ ਕੀਤੀ ਹੋਏ ਵੀ ਇਹਨੂੰ ਰਹਿਣ ਦਿਓ ਕਿਉਂਕਿ ਉਹਨਾਂ ਨੇ ਲਾਇਆ ਹੋਇਆ ਸੀ, ਉਹ ਨਹੀਂ ਚੱਲੀ ਚੀਫ ਮਿਨਿਸਟਰ ਦੀ ਇਸ ਮਾਮਲੇ ਦੇ ਵਿੱਚ। ਬਦਲੇ ਹੋਏ ਐਡਵੋਕੇਟ ਜਨਰਲ ਨੂੰ ਹੀ ਉਹਨਾਂ ਨੂੰ ਪਰਵਾਰ ਕਰਨਾ ਪਿਆ। ਸੱਤਾ ਦੇ ਗਲਿਆਰਿਆਂ 'ਚ ਚਰਚਾ ਹੈ ਕਿ ਅਸਲ ਦੇ ਵਿੱਚ ਦਿੱਲੀ ਦਾ ਜਿਹੜਾ ਦਖਲ ਹੈ ਉਹ ਜ਼ਿਆਦਾ ਹੈ ਚੀਫ ਮਿਨਿਸਟਰ ਦੀ ਆਪਣੀ ਆਵਾਜ਼ ਨਾਲੋਂ ਵੀ, ਆਪਣੀ ਤਾਕਤ ਨਾਲੋਂ ਵੀ, ਜਿਹਦੇ ਕਰਕੇ ਕਈ ਐਸੇ ਮੁੱਦੇ ਨੇ
ਉਹ ਦਿੱਲੀ ਨੂੰ ਪੰਜਾਬ ਨੂੰ ਦਿੱਲੀ ਦੀ ਤਰ੍ਹਾਂ ਟਰੀਟ ਕਰ ਰਹੇ ਨੇ। ਪੰਜਾਬ ਦਿੱਲੀ ਨਹੀਂ ਹੈ, ਪੰਜਾਬ ਸਿਟੀ ਸਟੇਟ ਨਹੀਂ ਹੈ। ਪੰਜਾਬ ਦੇ ਆਪਣੇ ਗੰਭੀਰ ਮਸਲੇ ਨੇ, ਇਤਿਹਾਸਕ ਮਸਲੇ ਨੇ, ਸਮਾਜਿਕ, ਸਿਆਸੀ, ਆਰਥਿਕ ਮਸਲੇ ਨੇ। ਉਹਨਾਂ ਨੂੰ ਉਹਨਾਂ ਦੇ ਤਰੀਕੇ ਨਾਲ ਦੇਖ ਕੇ ਹੀ ਨਜਿੱਠਿਆ ਜਾ ਸਕਦਾ ਹੈ। ਇਹ ਗੱਲ ਵੀ ਹੁਣ ਸਰਕਾਰ ਦੇ ਵਿੱਚ ਇੱਕ ਗੱਲ ਚਰਚਾ ਚ ਜਾਂ ਵੀ ਸਰਕਾਰ ਦੇ ਜਿਹੜੇ ਖੇਮਾਬੰਦੀ ਹੋਈ ਹੈ, ਯੂਨਿਟੀ ਆਫ ਕਮਾਂਡ ਨਹੀਂ ਹੈ ਕਿ ਕਿਹਦੀ ਮੰਨਣੀ ਹੈ, ਫਾਈਨਲ ਅਥਾਰਟੀ ਕੌਣ ਹੈ। ਇਹ ਬਹੁਤ ਵੱਡਾ ਸਵਾਲ ਸਰਕਾਰੀ ਧਿਰ ਦੇ ਸਾਹਮਣੇ ਵੀ ਖੜਾ ਹੋਇਆ ਹੈ। ਔਰ ਇਹ ਜਜ਼ਬਾਤੀ ਮੁੱਦਾ ਹੁਣ ਤੋਂ ਚੱਲਿਆ, ਡੇਰਾ ਮੁਖੀ ਤੋਂ ਲੈ ਕੇ ਮੈਂ ਤਾਂ 2007 ਚ ਚੱਲ ਪਿਆ ਸੀ, ਜਦੋਂ ਲਿਬਾਸ ਪਹਿਨ ਕੇ ਜਦੋਂ ਗੱਲ ਆਈ ਸੀ ਸਾਰੀ ਅਕਾਲੀ ਦਲ ਦੇ ਸਲਾਬਤਪੁਰ ਦਾ ਉਹਨਾਂ ਨੇ ਫੰਕਸ਼ਨ ਕੀਤਾ। ਹਾਂ, ਸਲਾਬਤਪੁਰ ਦੇ ਜਿੱਥੇ ਉਹ ਅੰਮ੍ਰਿਤ ਵਾਂਗ ਹੀ ਉਹੀ ਇੱਕ ਚੀਜ਼ ਕੀਤੀ, ਫਿਰ ਪੋਸ਼ਾਕ ਵੀ ਪਾਈ, ਫਿਰ ਸਾਰਾ ਕੁਝ ਕੀਤਾ। ਉਦੋਂ ਅਕਾਲੀ ਕਿਉਂਕਿ ਔਖੇ ਸੀ ਥੋੜੇ ਜੇ, ਉਹਨਾਂ ਦਿਨਾਂ ਚ ਉਹਨੇ ਕਾਂਗਰਸ ਨੂੰ ਵੋਟਾਂ ਪਵਾਈਆਂ ਸੀ ਕਹਿ ਕੇ, ਜਿਹੜੀ ਉਹ ਚੋਣ ਹੋਈ ਸੀ, ਤੇ ਉਦੋਂ ਸਖਤੀ ਕੀਤੀ। ਸਖਤੀ ਕਰਕੇ ਜਦ ਬਾਬੇ ਨਾਲ ਐਡਜਸਟਮੈਂਟ ਹੋ ਗਈ, ਫਿਰ ਉਹਦਾ ਮੈਸੇਂਜਰ ਆਫ ਗॉड ਨੂੰ ਪ੍ਰਵਾਨਗੀ ਦਿਵਾਉਣਾ, ਫਿਰ ਉਹਨੂੰ ਮਾਫੀਨਾਮਾ ਦਿਵਾਉਣਾ, ਸਿੰਘ ਸਾਹਿਬ ਨੂੰ ਚੀਫ ਮਿਨਿਸਟਰ ਦਾ ਦਫ਼ਤਰ ਚ ਸੱਦ ਕੇ ਕਹਿਣਾ ਕਿ ਇਹ ਕਰ ਦੋ, ਸ਼੍ਰੋਮਣੀ ਕਮੇਟੀ ਦਾ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਕਹਿਣਾ ਵੀ ਦੇਖੋ ਜੀ ਹੁਣ ਤਾਂ ਠੀਕ ਹੈ ਜੀ। ਪਰ ਜਦੋਂ ਆਵਾਜ਼ ਆਈ ਨੀਚੇ ਔਰ ਰਿਵੋਲਟ ਹੋਇਆ ਤਾਂ ਸਾਰਾ ਕੁਝ ਵਾਪਸ ਹੋਇਆ। ਅਕਾਲੀ ਦਲ ਨੂੰ ਪਤਾ ਲੱਗ ਗਿਆ ਕਿ ਕੰਮ ਗੜਬੜ ਹੈ, ਤੇ ਉਹ ਸਾਰੀਆਂ ਚੀਜ਼ਾਂ ਫੇਰ ਲਿਆ ਕੇ ਉੱਥੇ ਖੜੀਆਂ ਹੋ ਗਈਆਂ। ਲੋਕ ਅਕਾਲੀ ਦਲ ਪ੍ਰਤੀ ਬੇਭਰੋਸਗੀ ਦਾ ਆਲਮ ਜਿਹੜਾ ਪੰਥਕ ਸਿਆਸਤ ਦੇ ਵਿੱਚ ਹੋਇਆ, ਉਹਦਾ ਖਮਿਆਜਾ ਹੁਣ ਤੱਕ ਅਕਾਲੀ ਦਲ ਭੁਗਤ ਰਿਹਾ ਸਾਡੇ ਸਾਹਮਣੇ ਹੈ। ਇਹ ਆਪਾਂ ਅਕਾਲੀ ਦਲ ਦੀ ਵੀ ਗੱਲ ਕਰਦੇ ਹਾਂ ਅਮੀਤ ਸਿੰਘ ਜੀ। ਉਹਦੇ ਚ ਕੱਲ ਉਹਨਾਂ ਨੇ ਜਿਹੜਾ ਇਕੱਠ ਸੀਗਾ, ਉੱਥੇ ਇੱਕ ਹੋਰ ਵੀ ਫੈਸਲਾ ਕੀਤਾ ਕਿ ਅਸੀਂ 15 ਅਗਸਤ ਨੂੰ ਰੋਸ ਵਜੋਂ ਜਿਹੜੇ ਸਾਰੇ ਉਸ ਉਹਨਾਂ ਨੇ ਸੱਦਾ ਦਿੱਤਾ ਹੈਗਾ ਹੈ ਕਿ ਆਪੋ ਆਪਣੇ ਘਰਾਂ ਤੇ ਜਿਹੜੇ ਖਾਲਸਾ ਸਿੱਖ ਹੈ ਉਹ ਕੇਸਰੀ ਝੰਡਾ ਚਲਾਉਣ। ਹਾਂਜੀ, ਆਪਣੇ ਤੇ ਚੜਾਉਣ, ਜਿੱਥੇ ਬੈਨਰ ਲਾ ਸਕਦੇ ਨੇ ਬੈਨਰ ਲਾਉਣ, ਬਾਕੀ ਚੀਜ਼ਾਂ ਪ੍ਰਚਾਰ ਦਾ ਸਾਧਨ, ਮਤਲਬ ਜਿਹੜਾ ਪ੍ਰਚਾਰ ਵੱਡੇ ਪੱਧਰ ਤੇ ਹੋ ਸਕਦਾ ਹੈ। ਔਰ ਉਹ ਮੁਹਿੰਮ ਨੂੰ, ਮੋਰਚੇ ਨੂੰ ਇੱਕ ਲਗਾਤਾਰ ਸਹਿਜ ਤਰੀਕੇ ਨਾਲ ਵੱਡਾ ਕਰਨ ਦੀ ਇੱਕ ਸਟ੍ਰੈਟਜੀ ਹੈ, ਇੱਕ ਰਣਨੀਤੀ ਹੈ। ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਬੁਲਾਰੇ ਉੱਥੇ ਬੋਲੇ ਨੇ ਇਹ ਆਪ ਬੈਠਣਗੇ, ਇਸ ਤੋਂ ਬਾਅਦ ਅਗਲੀ ਰਣਨੀਤੀ ਇਹ ਫਿਰ ਬੈਠ ਕੇ ਅਗਲੀ ਬਣਾਵਾਂਗੇ। ਉਹ ਫਿਰ ਸ਼ਾਇਦ 15 ਅਗਸਤ ਨੂੰ ਅਨਾਉਂਸ ਕਰਨਗੇ ਜਿਹੜੀ ਅਗਲੀ ਸਟ੍ਰੈਟਜੀ ਹੋਏਗੀ ਉਹ ਸਾਰੇ ਮਾਮਲੇ ਦੇ ਵਿੱਚ। ਉਹਦੇ ਤੋਂ ਇੱਕ ਗੱਲ ਉਹਨਾਂ ਨੇ ਕਲੀਅਰ ਕਰਤੀ ਹੈ ਕਿ ਮੋਰਚਾ ਇਨਸਾਫ ਤੱਕ ਹੀ ਨਹੀਂ, ਇਨਸਾਫ ਸਾਨੂੰ ਕਿਸੇ ਨੇ ਦੇਣਾ ਨਹੀਂ। ਗੱਲ ਉਦੋਂ ਅੱਗੇ ਹੈ ਕਿ ਜਿੰਨਾ ਚਿਰ ਉਹ ਕੁਰਸੀ ਤੇ ਉਸ ਮਾਨਸਿਕਤਾ ਵਾਲੇ ਬੰਦੇ ਨਹੀਂ ਬੈਠਦੇ ਜਿਹੜੇ ਇਨਸਾਫ ਦੇਣ, ਉਦੋਂ ਤੱਕ ਸਾਡਾ ਮੋਰਚਾ ਤੇ ਸਾਡੀ ਜਦੋਜਹਿਦ ਜਾਰੀ ਹੋਗੀ। ਮਤਲਬ ਉਹਦੇ ਚ ਇੱਕ ਪੋਲੀਟੀਕਲ ਐਂਗਲ ਵੀ ਜਿਹੜਾ ਉਹਦੇ ਚ ਉਹਨਾਂ ਨੇ ਲਿਆ, ਬੋਲਿਆ, ਖਾਸ ਤੌਰ ਤੇ ਹਰਜਿੰਦਰ ਸਿੰਘ ਮਾਝੀ ਉਹਨਾਂ ਨੇ, ਜਿਹੜੇ ਕਾਫੀ ਉੱਥੇ ਪ੍ਰਭਾਵ ਰੱਖਦੇ ਨੇ ਉਸ ਮੋਰਚੇ ਦੇ ਨਾਲ ਜੁੜ ਕੇ, ਤੇ ਉਹ ਸਾਰਿਆਂ ਨੇ ਉਹਦੇ ਤੇ ਕਿਹਾ ਵੀ ਆ। ਔਰ ਉਹ ਡਿਮਾਂਡਸ ਦੇ ਵਿੱਚ ਵੀ ਲਗਭਗ ਉਹਨਾਂ ਦਾ ਇੱਕ ਆਪਸ ਦੇ ਵਿੱਚ ਸਹਿਮਤੀ ਇਸ ਗੱਲ ਤੇ ਉੱਤੇ ਹੈ ਕਿ ਰਸਤਾ ਤਾਂ ਪੋਲਿਟਿਕਸ ਦੇ ਥਰੂ ਜਾਂਦਾ ਹੈ। ਤੇ ਇਹਦਾ ਮਤਲਬ ਪੰਜਾਬ 'ਚ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਬੋਲ ਰਹੀ ਇਸ ਮੁੱਦੇ ਤੇ, ਅਕਾਲੀ ਦਲ ਕਿਉਂ ਨਹੀਂ ਬੋਲ ਰਿਹਾ, ਉਹਨਾਂ ਨੇ ਨਾਂ ਲੈ ਕੇ ਸਾਰੀਆਂ ਗੱਲਾਂ, ਜਥੇਦਾਰ ਅਕਾਲ ਤਖਤ ਕਿਉਂ ਨਹੀਂ ਆਉਂਦੇ ਇੱਥੇ, ਬਾਈਬਲ ਕਲਾਂ, ਇਹ ਵੀ ਸਾਰੇ ਕਹੇ ਤਾਂ ਕਿ ਵੀ ਉਹ ਜੇ ਸਾਈਡ ਤੇ ਨੇ, ਇਹਦਾ ਮਤਲਬ ਉਹਨਾਂ ਦੇ ਪੈਰਲਲ ਇੱਕ ਧਾਰਮਿਕ ਸਿਆਸੀ ਪ੍ਰਚਾਰ ਮੁਹਿੰਮ ਵੀ ਚਲਾਉਣ ਦੀ ਇੱਕ ਲੈਵਲ ਦਾ ਉਹਨਾਂ ਦਾ ਫੈਸਲਾ ਹੈ ਇਸ ਮੋਰਚੇ ਦੇ ਵਿੱਚ। ਜਿਸ ਤਰ੍ਹਾਂ ਅਮਿਤ ਸਿੰਘ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ, ਤੇ ਅਕਾਲੀ ਦਲ ਦੀ ਹਕੂਮਤ ਦੇ ਦੌਰਾਨ ਹੀ ਇਹ ਜਿਹੜੀਆਂ ਘਟਨਾਵਾਂ ਸਾਰੀਆਂ ਵਾਪਰੀਆਂ ਸੀ, ਤੇ ਉਸ ਦਾ ਅਸਰ ਜਿਹੜਾ ਹੈ ਉਹਨਾਂ ਨੂੰ ਅਜੇ ਤੱਕ ਵੀ ਭੁਗਤਣਾ ਪੈ ਰਿਹਾ, ਉਸ ਸਾਰੇ ਦਾ ਖਮਿਆਜ਼ਾ। ਔਰ ਉਸੇ ਦੇ ਵਿੱਚੋਂ ਹੀ ਅਕਾਲੀ ਦਲ ਦੇ ਅੰਦਰ ਜਿਸ ਤਰ੍ਹਾਂ ਦੀ ਹੁਣ ਸਥਿਤੀ ਬਣੀ ਹੈ, ਕਿਉਂਕਿ ਜਿਹੜੀ ਝੁੰਦਾ ਕਮੇਟੀ ਬਣੀ ਉਸਨੇ ਲੀਡਰਸ਼ਿਪ 'ਚ ਬਦਲਾਅ ਦੀ ਗੱਲ ਕੀਤੀ ਸੀ, ਔਰ ਬਾਅਦ ਦੇ ਵਿੱਚ ਹੁਣ ਜਿਹੜੀ ਸਥਿਤੀ ਬਣੀ, ਜਿਸ ਤਰ੍ਹਾਂ ਵੱਖ-ਵੱਖ ਆਗੂ ਜਿਹੜੇ ਹੈ, ਪ੍ਰੋਫੈਸਰ ਚੰਦੂ ਮਾਜਰਾ ਹੈ, ਜਗਮੀਤ ਸਿੰਘ ਬਰਾੜ ਹੋਣੀ ਹੈ, ਹੋਰ ਆਗੂ ਹੈ, ਉਹ ਕਹਿੰਦੇ ਹੈ ਕਿ ਜੋ ਕੁਝ ਇਸ ਵੇਲੇ ਅਕਾਲੀ ਦਲ 'ਚ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਵਜੋਂ ਕੀਤਾ ਹੈ, ਤੇ ਸਾਰੀ ਜਿਹੜੀ ਕਮੇਟੀਆਂ ਭੰਗ ਕਰ ਦਿੱਤੀਆਂ, ਸਾਰੇ ਅਕਾਲੀ ਦਲ ਦੇ ਜਿੰਨੇ ਵੀ ਫਰੰਟ ਸੀਗੇ ਉਹ ਵੀ ਭੰਗ ਕਰ ਦਿੱਤੇ ਆ, ਔਰ ਵਰਕਿੰਗ ਕਮੇਟੀ ਵੀ ਖਤਮ ਕਰ ਦਿੱਤੀ ਹੈ। ਤਾਂ ਇਹ ਸਾਰਾ ਕੁਝ ਜਿਹੜਾ ਹੈ ਇਹ ਗੈਰ ਸੰਵਿਧਾਨਕ ਹੈ। ਇਹ ਨਹੀਂ ਹੋ ਸਕਦਾ। ਜੇ ਉਹ ਸਾਰੀ ਬਾਡੀ ਨੂੰ ਭੰਗ ਕਰਦੇ ਆ ਤਾਂ ਉਹਦੇ ਵਿੱਚ ਪ੍ਰਧਾਨ ਖੁਦ ਵੀ ਜਿਹੜਾ ਹੈ ਉਹ ਵੀ ਨਹੀਂ, ਉਹ ਵੀ ਪਾਸੇ ਹੋ ਜਾਂਦਾ ਹੈ। ਤਾਂ ਸੋ ਇਸ ਕਰਕੇ ਇਸ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਕਿ ਇਹ ਜਿਹੜਾ ਸੰਕਟ ਅਕਾਲੀ ਦਲ 'ਚ ਬਣਿਆ, ਕਿ ਇਹ ਅਕਾਲੀ ਦਲ 'ਚ ਕੋਈ ਨਵੀਂ ਦਿਸ਼ਾ ਤੈਅ ਕਰੇਗਾ ਜਾਂ ਅਕਾਲੀ ਦਲ ਹੋਰ ਨਿਵਾਨਾਂ ਵੱਲ ਅੱਗੇ ਜਾਏਗਾ? ਬਿਲਕੁਲ, ਕਾਫੀ ਲੰਮੇ ਸਮੇਂ ਤੋਂ ਅਕਾਲੀ ਦਲ ਆਪਣੀ ਗਰਾਊਂਡ ਖੋਂਦਾ ਜਾ ਰਿਹਾ ਹੈ। ਪਹਿਲਾਂ ਕਿਸਾਨੀ ਦੇ ਮੁੱਦੇ ਤੇ ਵੀ ਇਹਨੇ ਦੂਜਾ ਸਟੈਂਡ ਲੈ ਲਿਆ ਸੀ, ਬਾਅਦ ਚ ਪ੍ਰੈਸ਼ਰ ਚ ਵਾਪਸ ਆਏ। ਔਰ ਤੁਸੀਂ ਦੇਖੋ ਕਿ 2017 ਦੀਆਂ ਚੋਣਾਂ ਦੇ ਵਿੱਚ ਜਿਹੜੀ 100 ਸਾਲ ਪੁਰਾਣੀ ਪਾਰਟੀ ਸੀ ਉਹ ਲੀਡਰ ਆਪੋਜੀਸ਼ਨ ਵੀ ਮੇਨ ਨਹੀਂ ਰਹਿ ਪਾਈ, ਮੇਨ ਵਿਰੋਧੀ ਧਿਰ ਚ ਵੀ ਨਹੀਂ ਰਹਿ ਪਾਈ। ਆਮ ਆਦਮੀ ਪਾਰਟੀ 20 MLA ਨਾਲ ਆ ਗਈ ਸੀ ਤੇ 2 ਬੈਂਸਾਂ ਦੇ 22 MLA ਨਾਲ। ਤੇ ਉਸ ਤੋਂ ਬਾਅਦ ਫਿਰ ਹੁਣ ਦਾ ਇਹਨਾਂ ਨੂੰ ਐਸੀ ਸ਼ਾਇਦ ਰਿਵਾਈਵਲ ਹੋ ਜਾਏਗਾ ਸਾਡਾ,
ਕੇਵਲ 3 ਐਮਐਲਏ ਰਹਿ ਗਏ ਤੇ 15% ਵੋਟ ਲੁੱਟ ਜਾਂਦੀ ਹੈ ਤੁਹਾਡੀ। ਮਤਲਬ ਬਿਲਕੁਲ ਹੀ ਗਰਾਊਂਡ ਜਿਹੜੀ ਇਹ ਸੀ ਵੀ ਇੰਨਾ ਕੁ ਤਾਂ ਪੱਕਾ ਹੈ ਜੀ, ਉਹ ਪੱਕਾ ਵੀ ਪੂਰੀ ਤਰ੍ਹਾਂ ਖਿਸਕ ਗਿਆ ਜਦੋਂ। ਫਿਰ ਅੰਦਰ ਬਹੁਤ ਵੱਡੇ ਪੱਧਰ ਦੇ ਇੱਕ ਮਾਹੌਲ ਐਸਾ ਬਣਿਆ ਕਿ ਹੁਣ ਹੋਣ ਦਾ ਸਵਾਲ ਆ ਗਿਆ ਕਿ ਇਹ ਪਾਰਟੀ ਬਚੇਗੀ ਜਾਂ ਨਹੀਂ ਬਚੇਗੀ। ਉਸ ਮਜਬੂਰੀ ਚੋਂ ਇੱਕ ਕਮੇਟੀ ਬਣਾਈ ਜਿਹੜੀ ਸਮੀਖਿਆ ਕਮੇਟੀ ਸੀ ਭੁੰਦੜ ਦੀ ਅਗਵਾਈ ਦੇ ਵਿੱਚ, ਜਿਹੜੇ ਇਹਨਾਂ ਦੇ ਸਕੱਤਰ ਜਨਰਲ ਹੋ ਗਿਆ। ਫਿਰ ਇੱਕ ਪੈ ਗਿਆ ਉਸ ਕਮੇਟੀ ਚ ਕਿ ਤਾਂ ਉਹਨਾਂ ਬੰਦਿਆਂ ਦੀ ਅਗਵਾਈ ਚ ਤੁਸੀਂ ਉਹ ਕਮੇਟੀ ਬਣਾਤੀ ਸਮੀਖਿਆ, ਜਿਹੜੇ ਬੰਦਿਆਂ ਨੇ ਪਹਿਲਾਂ ਫੈਸਲੇ ਕੀਤੇ ਨੇ, ਜਿਹੜੇ ਕੋਰ ਕਮੇਟੀ ਸੀ, ਜਿਹੜੇ ਪੀਏਸੀ ਚ। ਤਾਂ ਉਹਦੇ ਚੋਂ ਇੱਕ ਹੋਰ ਕਮੇਟੀ 13 ਮੈਂਬਰੀ ਬਣਾਉਣੀ ਫਿਰ ਅੱਗੇ ਬਣਾਉਣੀ ਪਈ ਸਮੀਖਿਆ ਕਮੇਟੀ ਚੋਂ, ਜਿਹਨੂੰ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਵਾਲੀ ਕਮੇਟੀ ਕਹਿੰਦੇ ਨੇ, ਕਿ ਜਿਹੜੀ ਤੱਥ ਖੋਜ ਕਮੇਟੀ ਹੋਏਗੀ, ਜਿਹੜੀ ਸਾਰੇ ਕਿਤੇ ਤੁਰੀ ਫਿਰੇਗੀ। ਤੇ ਉਹ ਕਹਿੰਦੇ ਨੇ ਕਿਸੇ 100 ਤੋਂ ਵੱਧ ਹਲਕਿਆਂ ਚ ਗਏ ਆ, ਇਮਾਨਦਾਰੀ ਨਾਲ ਵਰਕਰਾਂ ਦੀ ਰਾਏ ਇਕੱਠੀ ਕੀਤੀ ਹੈ ਤੇ ਇਮਾਨਦਾਰੀ ਨਾਲ ਉਸ ਰਿਪੋਰਟ ਚ ਲਿਖਤੀ ਹੈ, ਬਿਨਾਂ ਦਬਾਅ ਤੋਂ, ਬਿਨਾਂ ਕਿਸੇ ਝਿਜਕ ਤੋਂ। ਪਰ ਇੱਕ ਗੱਲ ਜ਼ਰੂਰ ਸੀ ਕਿ ਕਮੇਟੀ ਦੇ ਵਿੱਚ ਜ਼ੋਰ ਲੱਗਿਆ ਸੀ ਪੂਰਾ ਸਥਾਪਿਤ ਲੀਡਰਸ਼ਿਪ ਦਾ, ਕਿ ਉਹ ਲੀਡਰਸ਼ਿਪ ਦੇ ਬਾਰੇ ਕੋਈ ਕਮੈਂਟ ਟਿੱਪਣੀਆਂ ਇਹੋ ਜਿਹੀਆਂ ਨਾ ਕਰਨ। ਉਹਦੇ ਚ 7-6 ਹੋ ਗਏ ਸੀ ਇੱਕ ਵਾਰ ਲਾਸਟ ਮੀਟਿੰਗ ਦੇ ਵਿੱਚ, ਰਿਪੋਰਟ ਨਹੀਂ ਸੀ ਜਾ ਰਹੀ। ਪਰ ਚੰਗੀ ਗੱਲ ਇਹ ਹੋਈ ਕਿ ਜਿਹੜੇ ਮੇਨ ਧਿਰ ਸੀ, ਜਿਹੜੀ 7 ਦੂਜੇ ਪਾਸੇ ਹੋ ਗਏ, ਉਹ ਕਹਿੰਦੇ ਤੁਸੀਂ ਡੈਸੈਂਟਿੰਗ ਨੋਟ ਲਿਖ ਦਿਓ, ਚਾਹੇ ਆਪਾਂ ਤਾਂ ਇਮਾਨਦਾਰੀ ਨਾਲ ਇਹ ਲਿਖਾਂਗੇ ਕਿ ਵਰਕਰਾਂ ਨੇ ਆਹ ਕਿਹਾ, ਠੀਕ ਆ, ਇੰਨੇ ਬੰਦਿਆਂ ਦਾ ਇਹ ਵਿਚਾਰ ਸੀ ਕਿ ਨਾ ਲਿਖੋ। ਪਰ ਨਾਲ ਉਹ ਇਹ ਵੀ ਲਿਖਣਾ ਚਾਹੁੰਦੇ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਪ੍ਰਧਾਨਗੀ ਤੋਂ ਅਸਤੀਫਾ ਦੂਰ ਹੋਣਾ ਚਾਹੀਦਾ। ਇਹ ਵਰਕਰਾਂ ਦੀ ਡਿਮਾਂਡ ਸੀ ਹੇਠਾਂ। ਪਰ ਉਹਨਾਂ ਨੇ ਸਹਿਮਤੀ ਫਿਰ ਇੱਥੇ ਕਰ ਲਈ ਕਿ ਲੀਡਰਸ਼ਿਪ ਤਬਦੀਲੀ ਕਰ ਲਈ, ਨਾਮ ਕਿਸੇ ਦਾ ਵੀ ਨਾ ਲਿਖੋ। ਸਹਿਮਤੀ ਉੱਥੇ ਹੋਈ ਆ ਕੇ ਕਿ ਨਾਮ ਕਿਸੇ ਦਾ ਨਾ ਲਿਖੋ, ਸਮੁੱਚੀ ਲੀਡਰਸ਼ਿਪ ਤਬਦੀਲ ਕਰਨ ਦਾ ਨਾਮ ਪਾ ਦਿਓ ਆਪਾਂ। ਬਾਕੀ ਦੀਆਂ ਹੋਰ 42 ਰਿਕਮੈਂਡੇਸ਼ਨ ਨੇ, ਸਿਫਾਰਸ਼ਾਂ ਨੇ, ਉਹਦੇ ਚ ਪਹਿਲੀਆਂ ਇਹ ਸਿਫਾਰਸ਼ਾਂ ਨੇ ਸਭ ਤੋਂ ਵੱਡੀ ਕਿ ਲੀਡਰਸ਼ਿਪ ਪੂਰੀ ਤਰ੍ਹਾਂ ਤਬਦੀਲ ਕਰਕੇ ਡੈਮੋਕ੍ਰੇਸੀ ਹੋਵੇ, ਹੇਠੋਂ ਦੁਬਾਰਾ ਚੁਣ ਕੇ ਪਾਰਟੀ ਆਵੇ, ਹੇਠਾਂ ਤੋਂ ਲੈ ਕੇ ਉੱਪਰ ਤੱਕ ਹਰ ਲੀਡਰ ਨੋਮੀਨੇਟ ਕੋਈ ਨਹੀਂ ਹੋਣਾ ਚਾਹੀਦਾ, ਸਾਰੇ ਚੁਣੇ ਹੋਏ ਹੋਣੇ ਚਾਹੀਦੇ ਨੇ। ਫਿਰ ਥੋੜਾ ਜਿਹਾ ਅੱਗੇ ਚੱਲ ਗਿਆ, ਉਹ ਇਹਨੇ ਸੰਗਰੂਰ ਦੀ ਬਾਈ ਇਲੈਕਸ਼ਨ ਆ ਗਈ ਕਿ ਚਲੋ ਰੋਕ ਲਓ ਉਹਦੇ ਤੇ ਗੱਲ ਹਜੇ। ਫਿਰ ਉਹਨਾਂ ਨੂੰ ਲੱਗਦਾ ਸੀ ਜੇ ਸੰਗਰੂਰ ਬਾਈ ਇਲੈਕਸ਼ਨ ਚ ਚਾਹੇ ਉਹ ਬੰਦੀ ਸਿੰਘਾਂ ਦੇ ਨਾਂ ਤੇ ਹੀ ਸੀ, ਵੋਟਾਂ ਚੱਜ ਨਾਲ ਪੈ ਜਾਣ, ਫਿਰ ਵੀ ਸ਼ਾਇਦ ਇਹ ਤੇ ਪਰਦਾ ਪੈ ਜੇ ਮਾੜਾ ਮੋਟਾ ਵੀ। ਨਹੀਂ, ਹੁਣ ਤਾਂ ਲੋਕ ਫੇਰ ਥੋੜਾ ਬਹੁਤ ਬਦਲ ਗਏ ਨੇ। ਪਰ ਉਹਦੇ ਚ ਵੀ ਜ਼ਮਾਨਤ ਜ਼ਬਤ ਹੋ ਗਈ, ਔਰ ਖਾਸ ਤੌਰ ਤੇ ਸਿਮਰਜੀਤ ਸਿੰਘ ਮਾਨ ਵਰਗੇ ਧੜਾ, ਜਿਹਦੇ ਕੋਈ ਵੱਡੀ ਪਾਰਟੀ ਨਹੀਂ ਹੈ, ਜਿਹਦਾ ਸਟਰਕਚਰ ਨਹੀਂ ਹੈ, ਉੱਥੇ ਲੋਕਾਂ ਨੇ ਉਹਨੂੰ ਵੋਟ ਪਾਤੀ। ਉਹਨੇ ਆਮ ਆਦਮੀ ਪਾਰਟੀ ਨੂੰ ਵੀ ਝਟਕਾ ਦਿੱਤਾ ਤੇ ਅਕਾਲੀ ਦਲ ਨੂੰ ਤੇ ਕਾਂਗਰਸ ਸਭ ਨੂੰ ਦਿੱਤਾ ਝਟਕਾ, ਲੋਕਾਂ ਦੇ ਜਿਹੜੇ ਫਤਵੇ ਨੇ। ਤੇ ਹੁਣ ਜਾ ਕੇ ਇੱਕ ਗੱਲ ਇਹ ਫੈਸਲਾ ਹੋਇਆ ਕਿ ਅਕਾਲੀ ਦਲ ਦੀ ਕੋਰ ਕਮੇਟੀ ਨੇ ਉਹਨੂੰ ਪ੍ਰਵਾਨ ਤਾਂ ਕਰ ਲਿਆ 13 ਮੈਂਬਰੀ ਕਮੇਟੀ ਦੀ ਰਿਪੋਰਟ ਨੂੰ, ਪਰ ਉਹਦੇ ਤੇ ਵੱਡਾ ਇਤਰਾਜ਼ ਇਹ ਉਠਾਇਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਤੇ ਕੁਝ ਹੋਰ ਜਿਹੜੇ ਉਦੋਂ ਦੂਜੇ ਲੀਡਰ ਨੇ, ਕਿ ਇਹ ਰਿਪੋਰਟ ਸੌਂਪੀ ਗਈ ਹੈ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੂੰ, ਕਿਉਂਕਿ ਉਹ ਸਮੀਖਿਆ ਕਮੇਟੀ ਦੇ ਇੰਚਾਰਜ ਨੇ। ਉਹਦੇ ਚ ਥੋਰੋਲੀ ਵੱਡੇ ਪੱਧਰ ਤੇ ਵਿਸਥਾਰ ਚ ਚਰਚਾ ਤੋਂ ਪਹਿਲਾਂ ਹੀ ਚੱਕ ਕੇ ਕੋਰ ਕਮੇਟੀ ਚ ਲੈ ਗਏ ਉਹ, ਤੇ ਚਰਚਾ ਜੇ ਹੋਈ ਨਹੀਂ, ਉੱਥੇ ਕਹਿੰਦਾ ਪ੍ਰਧਾਨ ਜੀ ਜੋ ਮਰਜ਼ੀ ਕਰ ਲੈਣਗੇ, ਇਸ ਤੋਂ ਬਾਅਦ ਇਹ ਵੀ ਸੰਵਿਧਾਨਕ ਉਲੰਘਣ ਹੈ। ਇਹ ਉਹਨਾਂ ਦਾ ਇਹ ਵੀ ਕਹਿਣਾ ਹੈ ਹਮੀਤ ਸਿੰਘ ਜੀ ਕਿ ਜਿਹੜੀ ਭੰਗ ਕਰਨਾ ਹੈਗਾ ਉਹ ਵਰਕਿੰਗ ਕਮੇਟੀ ਦਾ ਅਧਿਕਾਰ ਹੈ, ਕੋਰ ਕਮੇਟੀ ਉਹਨਾਂ ਸਾਰੀਆਂ ਨੂੰ ਭੰਗ ਨਹੀਂ ਕਰ ਸਕਦੀ। ਇਹ ਉਦੋਂ ਬਾਅਦ ਦਾ ਕੁਐਸਚਨ ਹੈ। ਮੈਂ ਉਦੋਂ ਪਹਿਲੇ ਕੁਐਸਚਨ ਦੀ ਗੱਲ ਕਰਦਾ ਕਿ ਪਹਿਲਾ ਗੈਰ ਸੰਵਿਧਾਨਕ ਤਰੀਕਾ ਕੀ ਹੈ ਜਿਹੜਾ ਉਹ ਆਵਾਜ਼ ਉਠਾ ਰਹੇ ਨੇ, ਕਿ ਪਹਿਲਾਂ ਇਹੀ ਰਿਪੋਰਟ ਟੋਟਲੀ ਜਿਹੜੀ ਵੱਡੀ ਕਮੇਟੀ ਸੀ 16 ਮੈਂਬਰੀ, ਜਿਸ ਚ ਭੁੰਦੜ ਜੀ ਦੇ ਹੈਡ ਨੇ, ਉਹ ਚ ਫੁੱਲ ਚਰਚਾ ਹੋਣੀ ਚਾਹੀਦੀ ਸੀ। ਫਿਰ ਉਹ ਆਪਣੀਆਂ ਰਿਕਮੈਂਡੇਸ਼ਨ ਨਾਲ ਜੋੜ ਕੇ ਕੋਰ ਕਮੇਟੀ ਨੂੰ ਦਿੰਦੀ, ਫਿਰ ਕਮੇਟੀ ਉੱਤੇ ਚਰਚਾ ਕਰਦੀ ਤੇ ਉਹਦੇ ਕੀ ਕਰਨਾ। ਕੋਰ ਕਮੇਟੀ ਚ ਸਿੱਧਾ ਕਿਉਂ ਲਿਜਾਇਆ ਗਿਆ? ਉਹਨਾਂ ਨੇ ਇਲਜ਼ਾਮ ਇਹ ਲਾਇਆ ਕਿ ਕਿਉਂਕਿ ਪ੍ਰਧਾਨ ਜੀ ਵਿੱਚ ਬੈਠੇ ਹੋਣਗੇ, ਸ਼ਾਇਦ ਖੁੱਲ ਕੇ ਬਹੁਤ ਸਾਰੇ ਬੰਦੇ ਨਾ ਬੋਲ ਸਕਦੇ, ਹੁਣ ਝੇਪ ਹੁੰਦੀ ਹੈ, ਇਹ ਕੌਰਾ ਹੁੰਦਾ ਹੈ ਪਾਰਟੀ ਦੇ ਵਿੱਚ, ਵੱਡੇ ਪੱਧਰ ਤੇ ਦਬਦਬਾ ਹੁੰਦਾ ਹੈ, ਤੇ ਇਸ ਕਰਕੇ ਗੱਲ ਹੀ ਨਾ ਹੋ ਸਕੇ, ਕਿਸੇ ਤਰੀਕੇ ਸਾਈਡਲਾਈਨ ਹੋ ਜਾਏ ਗੱਲ, ਪੋਲੀ ਪੈ ਜਾਏ ਗੱਲ। ਪਹਿਲਾਂ ਤਾਂ ਉਹ ਕਦਮ, ਉਹਦੇ ਚੋਂ ਨੀਅਤ ਦੀ ਗੱਲ ਕਰਦੇ ਨੇ, ਮਤਲਬ ਬਦਨੀਤੀ ਹੋ ਜਾਂਦੀ ਹੈ ਉਹ ਸਾਰੇ ਮਾਮਲੇ ਦੇ ਵਿੱਚ, ਕਿ ਆਪਾਂ ਅਜੇ ਵੀ ਖੁੱਲ ਕੇ ਗੱਲ ਨਹੀਂ ਕਰਨੀ। ਫਿਰ ਜਦੋਂ ਕੋਰ ਕਮੇਟੀ 'ਚ ਮੁੱਦਾ ਚਲਾ ਗਿਆ, ਕੋਰ ਕਮੇਟੀ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਬਲਵਿੰਦਰ ਸਿੰਘ ਭੁੱਦੜ ਦੀ ਅਗਵਾਈ ਦੇ ਵਿੱਚ, ਉਹਨਾਂ ਨੇ ਪੱਤਰਕਾਰਾਂ ਨੂੰ ਇਹ ਕਿਹਾ, ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਜੀ ਲੀਡਰਸ਼ਿਪ ਤਬਦੀਲੀ ਦਾ ਸਵਾਲ ਹੈ, ਉਹ ਕਹਿੰਦੇ ਕਿੱਥੇ ਲਿਖਿਆ ਪ੍ਰਧਾਨ ਬਦਲ ਜੋ? ਪ੍ਰਧਾਨ ਕਿਤੇ ਬਦਲੀ ਨਹੀਂ ਲਿਖਿਆ, ਹਾਂ ਲੀਡਰਸ਼ਿਪ ਬਦਲੀ ਲਿਖਿਆ। ਹੁਣ ਜਾਂ ਤਾਂ ਲੀਡਰਸ਼ਿਪ ਦੀ ਪਰਿਭਾਸ਼ਾ ਕੀ ਹੈ, ਪ੍ਰਧਾਨ ਲੀਡਰ ਨਹੀਂ ਹੁੰਦਾ ਜਾਂ ਬਾਕੀ ਇਕੱਲੇ ਲੀਡਰ ਹੁੰਦੇ ਨੇ? ਇਹਦੀ ਪਰਿਭਾਸ਼ਾ ਆਪਣੇ ਆਪ ਅਕਾਲੀ ਦਲ ਕੋਈ ਨਵੀਂ ਘੜ ਰਿਹਾ, ਪ੍ਰਧਾਨ ਤਾਂ ਸਭ ਤੋਂ ਵੱਡਾ ਲੀਡਰ ਹੁੰਦਾ। ਜੇ ਲੀਡਰ ਦੇ ਤੌਰ ਤੇ ਬਦਲਾਅ ਦੀ ਗੱਲ ਕੀਤੀ ਹੈ ਤਾਂ ਸਮੁੱਚੀ ਲੀਡਰਸ਼ਿਪ ਬਦਲਾਅ ਦੀ ਗੱਲ ਕੀਤੀ ਹੈ।
ਔਰ ਉਸੇ ਗੱਲ ਕਰਕੇ ਪ੍ਰਧਾਨ ਨੂੰ ਦਿੱਤਾ ਉਹ ਕੋਈ ਕੁਝ ਖਾਸ ਸੀਨੀਅਰ ਆਗੂਆਂ ਦਾ ਜਿਹੜਾ ਇੱਕ ਗਰੁੱਪ ਸੀ ਛੋਟਾ, ਉਹਨੇ ਉਹਨਾਂ ਨੂੰ ਇੱਕ ਰਾਏ ਦਿੱਤੀ ਹੈ ਇਸ ਪੱਧਰ ਦੇ ਉੱਤੇ ਸ਼ਾਇਦ, ਔਰ ਇਹ ਵੀ ਅਕਾਲੀ ਦਲ ਦੇ ਅੰਦਰ ਚਰਚਾ ਕਿ ਵੱਡੇ ਬਾਦਲ ਇਹ ਰਾਏ ਦੇ ਰਹੇ ਨੇ ਕਿ ਪ੍ਰਧਾਨਗੀ ਛੱਡਤੀ ਤਾਂ ਮੁੜ ਕੇ ਮੌਕਾ ਮਿਲਣਾ ਜਾਂ ਨਹੀਂ ਮਿਲਣਾ ਇਹ ਬੜਾ ਔਖਾ ਕੰਮ ਹੁੰਦਾ, ਇੱਕ ਵਾਰ ਪੈਚਅਪ ਕਰਨ ਦੀ ਟਰਾਈ ਕਰੋ ਐਸੇ ਤਰੀਕੇ ਨਾਲ ਜਿਵੇਂ ਵੀ ਹੁੰਦਾ। ਉਹਦੇ ਚੋਂ ਫਿਰ ਸੁਖਬੀਰ ਸਿੰਘ ਬਾਦਲ ਨੇ ਸ਼ਾਮ ਨੂੰ ਹੀ ਉਹ ਢਾਂਚਾ ਭੰਗ ਕੀਤਾ। ਉਸ ਢਾਂਚੇ ਤੇ ਵੀ ਦੁਬਾਰਾ ਫਿਰ ਸਵਾਲ ਇਹ ਉੱਠਦਾ ਕਿ ਸੰਵਿਧਾਨਿਕ ਤੌਰ ਤੇ ਢਾਂਚਾ ਭੰਗ ਕਰਨ ਦਾ ਰਾਈਟ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਹੈ। ਫਿਰ ਵਰਕਿੰਗ ਕਮੇਟੀ ਸਾਰੇ ਭੰਗ ਕਰਨ ਤੋਂ ਬਾਅਦ ਕੋਈ ਪ੍ਰੈਜ਼ੀਡੀਅਮ ਬਣਾਉਂਦੀ ਹੈ, ਕੰਮ ਚਲਾਉਣ ਲਈ ਵੀ ਤਾਂ ਕੁਝ ਚਾਹੀਦਾ, ਖਿਲਾਫ ਤਾਂ ਤੁਸੀਂ ਰੱਖ ਨਹੀਂ ਸਕਦੇ। ਫਿਰ ਉਹ ਅਰੇਂਜਮੈਂਟ ਕਰਦੀ ਹੈ, ਅਸਥਾਈ ਅਰੇਂਜਮੈਂਟ, ਕਿ ਜਿੰਨਾ ਚਿਰ ਅਗਲੀਆਂ ਚੋਣਾਂ ਨਹੀਂ ਹੁੰਦੀਆਂ, ਨਵੇਂ ਢਾਂਚੇ ਨਹੀਂ ਬਣਦੇ, ਬਾਕੀ ਦੀਆਂ ਚੀਜ਼ਾਂ ਨਹੀਂ ਬਣਦੀਆਂ, ਉਹਨਾਂ ਚਿਰ ਆਹ ਇੱਕ ਅਰੇਂਜਮੈਂਟ ਕਰ ਰਹੀ ਹੈ ਵਰਕਿੰਗ ਕਮੇਟੀ। ਹੁਣ ਉਹ ਅਰੇਂਜਮੈਂਟ ਕੋਈ ਨਹੀਂ ਹੈ, ਪ੍ਰਧਾਨ ਜੀ ਸੁਪਰੀਮ ਨੇ ਇਕੱਲੇ, ਅਰੇਂਜਮੈਂਟ ਨਹੀਂ ਹੈ ਤਾਂ ਝੂੰਦਾ ਕਮੇਟੀ ਦੀ ਰਿਪੋਰਟ ਦਾ ਕੀ ਰਹਿ ਗਿਆ, ਬਾਕੀ ਵਰਕਰਾਂ ਦੀ ਗੱਲ ਦਾ ਕੀ ਰਹਿ ਗਿਆ? ਤਾਂ ਜਿਹੜੀ ਓਵਰਆਲ ਅਕਾਲੀ ਦਲ ਚ ਹੋਣੀ ਹੈ ਉਹਦਾ ਡਿਸਾਈਡ ਕੌਣ ਕਰੇਗਾ, ਫੈਸਲਾ ਕੌਣ ਕਰੇਗਾ? ਇਹ ਸਾਰੇ ਸਵਾਲ ਲਗਾਤਾਰ ਉੱਠਦੇ ਰਹੇ। ਇਹਦੇ ਨਾਲ ਇਹ ਹੋ ਗਿਆ ਕਿ ਇਹਦਾ ਦਾਇਰਾ ਵੱਧਦਾ ਜਾ ਰਿਹਾ, ਨੀਚੇ ਜਿਹੜੀ ਲੀਡਰਸ਼ਿਪ ਚ ਬੇਚੈਨੀ ਹੈ। ਖਾਸ ਤੌਰ ਤੇ ਇਆਲੀ ਨੇ ਦੱਸਤਾ ਸੀ ਜਦੋਂ ਪਾਰਟੀ ਦੀ ਕੋਰ ਕਮੇਟੀ ਦੇ ਫੈਸਲੇ ਤੋਂ ਉਲਟ ਜਾ ਕੇ ਉਹਨਾਂ ਨੇ ਕਿਹਾ ਮੈਂ ਬਾਈਕਾਟ ਕਰੂੰਗਾ, ਮੈਂ ਰਾਸ਼ਟਰਪਤੀ ਨੂੰ ਦੀ ਵੋਟ ਨਹੀਂ ਪਾਉਂਦਾ, ਤੇ ਇਹ ਦੱਸਦੀ ਸੀ ਕਿ ਕੋਰ ਕਮੇਟੀ ਦੇ ਮੈਜੋਰਟੀ ਬੰਦਿਆਂ ਦੀ ਨੀਅਤ। ਔਰ ਉਹਨੇ ਇਹ ਵੀ ਕਿਹਾ ਸੀ ਕਿ ਮੈਂ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਵੀ, ਹੋਰਾਂ ਲੋਕਾਂ ਨਾਲ ਵੀ, ਆਪਦੇ ਹਲਕੇ ਦੇ ਲੋਕਾਂ ਨਾਲ ਤੇ ਬੁੱਧੀਜੀਵੀਆਂ ਨਾਲ ਵੀ ਚਰਚਾ ਕਰਨ ਤੋਂ ਬਾਅਦ ਇਹ ਸਟੈਂਡ ਲੈ ਰਿਹਾ। ਇਹਦਾ ਮਤਲਬ ਪਲਸ ਜਿਹੜੀ ਹੈ, ਨਬਜ ਹੈ ਹੁਣ ਅਕਾਲੀ ਦਲ ਦੇ ਅੰਦਰ, ਹੁਣ ਇਹ ਕਵਰ ਅਪ ਕਰਨ ਵਾਲੀ ਨਹੀਂ। ਉਹਨਾਂ ਸਾਰੀ ਲੀਡਰਸ਼ਿਪ ਨੂੰ ਆਪਣੀ ਹੋਂਦ ਦਾ ਭਵਿੱਖ ਦਿਖਾਈ ਦੇ ਰਿਹਾ ਕਿ ਜੇ ਇਸੇ ਪਟੜੀ ਤੇ ਚੱਲਦੇ ਰਹੇ, ਪਛਤਾਪ ਨਾ ਕੀਤਾ, ਇਹ ਚ ਤਬਦੀਲੀਆਂ ਨਾ ਕੀਤੀਆਂ, ਤਾਂ ਲੋਕਾਂ ਨੇ ਸਾਨੂੰ ਪ੍ਰਵਾਨ ਨਹੀਂ ਕਰਨਾ। ਬਿਨਾਂ ਸ਼ੱਕ ਝਮੀਰ ਸਿੰਘ ਜੀ, ਜੇ ਇਹ ਸਥਿਤੀ ਬਣਦੀ ਹੈ ਤੇ ਬਾਦਲ ਪਰਿਵਾਰ ਪਾਸੇ ਨਹੀਂ ਹੁੰਦਾ ਤਾਂ ਕੀ ਇਹਦੇ ਵਿੱਚ ਫਿਰ ਨਵੀਂ ਪਾਰਟੀ ਬਣਦੀਆਂ ਵੀ ਸੰਭਾਵਨਾਵਾਂ ਜਿਹੜੀਆਂ ਦੇਖੀਆਂ ਜਾ ਰਹੀਆਂ? ਮੈਨੂੰ ਲੱਗਦਾ ਅਜੇ ਸਾਰਿਆਂ ਦਾ ਸ਼ਾਇਦ ਇਹ ਇੱਕ ਰੌਂ ਹੈ ਕਿ ਅੰਦਰ ਰਹਿ ਕੇ ਫਾਈਟ ਕਰੋ, ਅੰਦਰੋਂ ਮੀਟਿੰਗਾਂ ਬੁਲਾਓ, ਮੀਟਿੰਗ ਬੁਲਾ ਕੇ ਵੱਡੇ ਪੱਧਰ ਤੇ ਮਜਬੂਰ ਕਰੋ। ਔਰ ਜੇ ਉਹ ਮੀਟਿੰਗਾਂ ਤੋਂ ਪ੍ਰੈਸ਼ਰਾਈਜ਼ ਨਹੀਂ ਹੁੰਦੇ, ਹੁਣ ਕੋਈ ਢਾਂਚਾ ਤਾਂ ਹੈ ਨਹੀਂ, ਕੋਈ ਅਹੁਦੇਦਾਰ ਨਹੀਂ ਇਕੱਲੇ ਪ੍ਰਧਾਨ ਤੋਂ ਬਿਨਾਂ, ਇੱਕ ਮੀਟਿੰਗਾਂ ਹੁੰਦੀਆਂ ਨੇ, ਫਿਰ ਪ੍ਰਧਾਨ ਜੀ ਡਿਸਪਲਿਨਰੀ ਐਕਸ਼ਨ ਲੈਣਗੇ ਜਾਂ ਤਾਂ ਕੱਢਣ ਦਾ, ਜਿਵੇਂ ਪਹਿਲਾਂ ਲੈਂਦੇ ਸੀ ਵੀ ਫਲਾਣਾ ਬੰਦਾ ਕੱਢਤਾ, ਜਾਂ ਜਿਵੇਂ ਢੀਂਡਸੇ ਹੋਣੀ ਚਲੇ ਗਏ ਜਾਂ ਬਾਕੀ ਬ੍ਰਹਮਪੁਰੇ ਹੋਣੀ ਚਲੇ ਗਏ, ਹੁਣ ਉਹ ਹੈਸੀਅਤ ਚ ਵੀ ਨਹੀਂ ਹੋਣੀ। ਇੱਕ ਪਾਵਰ ਗੇਮ ਚੱਲੇਗੀ ਇੰਟਰਨਲ ਪੋਲਿਟਿਕਸ ਦੇ ਵਿੱਚ। ਮੇਰਾ ਖਿਆਲ ਹੈ ਜਿਵੇਂ ਪਾਰਟੀਆਂ ਚੱਲਦੀਆਂ ਕਿ ਅਸਲੀ ਅਕਾਲੀ ਦਲ ਦਾ ਹੱਕਦਾਰ ਕੌਣ ਹੈ, ਕਿ ਉਹ ਨਵੇਂ ਤਰੀਕੇ ਤੋਂ ਸਿਰਜਿਆ ਅਕਾਲੀ ਦਲ ਹੋਏਗਾ ਜਾਂ ਪ੍ਰਧਾਨ ਜੀ ਦੀ ਪ੍ਰਧਾਨਗੀ ਵਾਲਾ ਜਿਹੜਾ ਬਚਿਆ ਹੋਇਆ ਅਕਾਲੀ ਦਲ ਹੋਏਗਾ। ਮੈਨੂੰ ਲੱਗਦਾ ਕਿ ਇਹਦੇ ਚੋਂ ਸੰਭਾਵਨਾਵਾਂ ਜੇ ਨਾ ਪਿੱਛੇ ਹਟੇ ਤਾਂ ਅਕਾਲੀ ਦਲ ਦੇ ਦਫਾੜ ਹੋਣ ਦੀਆਂ ਕਾਫੀ ਸੰਭਾਵਨਾਵਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਜੇਕਰ ਉਹ ਇਕੱਠੇ ਰਹਿ ਕੇ ਕੋਈ ਐਸਾ ਹੀਲਾ, ਉਹ ਵੀ ਅਸਤੀਫਾ ਦੇ ਦਿੰਦੇ ਨੇ, ਕੋਈ ਆਪਸ ਦੇ ਵਿੱਚ ਕੋਈ ਪ੍ਰੈਜ਼ੀਡੀਅਮ ਵਗੈਰਾ ਦਾ ਇੱਕ ਨਵਾਂ ਕੋਈ ਰੂਟ ਨਿਕਲੇ ਆਉਂਦਾ ਤਾਂ ਉਹ ਇੱਕ ਅਲੱਗ ਗੱਲ ਹੈ। ਪਰ ਲੱਗਦਾ ਨਹੀਂ ਹੈ ਕਿ ਜਿਹੜੀ ਮਾਨਸਿਕਤਾ ਹਜੇ ਤੱਕ ਬਣੀ ਹੋਈ ਹੈ ਕਿ ਉਹਦਾ ਰਸਤਾ ਕਿਤੇ ਹੋਰ ਜਾਵੇ, ਉਹਦਾ ਲੌਜਿਕ ਉਧਰ ਨੂੰ ਹੀ ਜਾ ਰਿਹਾ ਕਿ ਅਕਾਲੀ ਦਲ ਦੁਬਾਰਾ ਇੱਕ ਹੋਰ ਗੱਲ। ਤੇ ਦੂਜੀ ਗੱਲ, ਦੂਜੇ ਬੰਦੇ ਵੀ ਇਹ ਕਹਿ ਸਕਦੇ ਕਿ ਅਸੀਂ ਦੇਖਦੇ ਹਾਂ, ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਅਯਾਲੀ ਹੋਣਾ ਦੀ, ਉਸ ਤਰ੍ਹਾਂ ਹੀ ਅਸੀਂ ਦੇਖਦੇ ਹਾਂ ਕਿ ਦਿੱਲੀ 'ਚ ਜਿਹੜੀ ਗੁਰਦੁਆਰਾ ਕਮੇਟੀ ਸੀਗੀ ਉਹ ਸਾਰੀ ਦੀ ਸਾਰੀ ਉਹਨਾਂ ਨੇ ਵੱਖਰੇ ਹੋ ਕੇ ਤੇ ਆਪਣਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਬਣਾ ਲਿਆ। ਉਹ ਵੀ ਤਾਂ ਸਾਰੇ ਲੋਕ ਪਹਿਲਾਂ ਅਕਾਲੀ ਦਲ ਬਾਦਲ ਦੇ ਨਾਲ ਹੀ ਸੀਗੇ। ਬਿਲਕੁਲ, ਜਿਵੇਂ ਹੁਣ ਤੁਸੀਂ ਦੇਖੋ ਕਿ ਢੀਂਡਸਾ ਉਹਨਾਂ ਦਾ ਵੀ ਬਿਆਨ ਆਇਆ, ਸੁਖਦੇਵ ਸਿੰਘ ਢੀਂਡਸਾ, ਵੀ ਸੁਖਬੀਰ ਸਿੰਘ ਲੈ ਜੇ ਤੇ ਸਾਰੇ ਪੰਥਕ ਧਿਰਾਂ ਇਕੱਠੀਆਂ ਹੋ ਸਕਦੀਆਂ ਨੇ, ਈਵਨ ਬਾਕੀ ਦੇ ਲੋਕ ਵੀ ਸਾਰੇ। ਔਰ ਇਹ ਵੀ ਇੱਕ ਪ੍ਰੈਸ਼ਰ ਹੋਏਗਾ ਨਾ ਕਿ ਇੱਕ ਨਾਂ ਤੇ ਤਾਂ ਬਾਕੀ ਸਭ ਧਿਰਾਂ ਇਕੱਠੀਆਂ ਹੋਣ ਲਈ ਤਿਆਰ ਹੋਣ, ਇੱਕ ਨਾਂ ਚੋਂ ਨਿਕਲਦੇ ਜਾਂਦੇ ਹੋਣ ਵੱਡੇ ਪੱਧਰ ਤੇ। ਪਹਿਲਾਂ ਤਾਂ ਕੋਈ ਇੱਕ ਦੋ ਵੱਡੇ ਲੀਡਰ ਸੀ, ਹੁਣ ਕੇਡਰ ਦੀ ਇਹ ਰੌਲਾ ਇਹ ਚੱਲੂਗਾ ਕਿ ਕੇਡਰ ਦੀ ਪੁਗਤ ਚੱਲੇ, ਜਿਹੜੇ ਕਾਰਕੁਨਾਂ ਦੇ ਭਾਵਨਾਵਾਂ ਦੀ ਉਹ ਕਮੇਟੀ ਬਣੀ ਹੋਈ ਹੈ ਸਿਫਾਰਸ਼ਾਂ ਨੇ, ਉਹਦੀ ਬੁੱਕਤ ਅਕਾਲੀ ਦਲ ਚ ਹੋਏਗੀ ਜਾਂ ਇੱਕ ਪ੍ਰਧਾਨ ਦੀ ਜਾਂ ਇੱਕ ਪਰਿਵਾਰ ਦੀ। ਜਦੋਂ ਇਹ ਰੌਂ ਚੱਲੂਗਾ ਤਾਂ ਵਰਕਰ ਨਾਰਮਲੀ ਉਹਦੀਆਂ ਭਾਵਨਾਵਾਂ ਜਿਸ ਪਾਸੇ ਖੜੀਆਂ ਨੇ, ਔਰ ਇਹ ਕਮੇਟੀ ਜਿਹੜੀ ਇਆਲੀ ਉਹਨਾਂ ਦੀ ਮੈਜੋਰਟੀ ਕਮੇਟੀ ਹੈ, ਜਦੋਂ ਇਹ ਕਹੇਗੀ ਵੀ ਅਸੀਂ ਤਾਂ ਤੁਹਾਡੀਆਂ ਭਾਵਨਾਵਾਂ ਲਿਖ ਕੇ ਦੇਤੀਆਂ, ਜੇ ਕੋਈ ਨਹੀਂ ਮੰਨਦਾ ਤੁਸੀਂ ਦੱਸੋ ਅਸੀਂ ਕੀ ਕਰੀਏ, ਮੈਨੂੰ ਲੱਗਦਾ ਉਹ ਫਤਵਾ ਕੇਡਰ ਤੋਂ ਲੈਣਗੇ। ਤੇ ਜਿਹੜਾ ਉਹ ਫਤਵਾ ਹੁੰਦਾ ਉਹ ਹਮੇਸ਼ਾ ਹੀ ਵੱਡਾ ਫਤਵਾ ਹੁੰਦਾ, ਉਹ ਜ਼ਿਆਦਾ ਮਜ਼ਬੂਤ ਫਤਵਾ ਹੁੰਦਾ ਕਿਉਂਕਿ ਗਰਾਊਂਡ ਤੋਂ ਆਉਂਦਾ ਫਤਵਾ ਹੈ ਉਹ। ਔਰ ਇਸ ਕਰਕੇ ਨਹੀਂ ਚੱਲੂਗੀ ਕੱਲੀ, ਹੁਣ ਕੱਲੀ ਉੱਪਰ ਦੀ ਕਾਬਜ਼ ਜਿਹੜੀ ਇੱਕ ਪ੍ਰਵਿਰਤੀ ਹੈ ਸ਼ਾਇਦ ਉਹ ਲੰਮਾ ਸਮਾਂ ਨਹੀਂ ਚੱਲੂਗੀ। ਬਹੁਤ ਅਕਾਲੀ ਦਲ ਦਾ ਕੇਡਰ ਬੇਚੈਨ ਹੈ। ਤੇ ਔਰ ਤੁਸੀਂ ਦੇਖੋ ਕਿ ਕਿੰਨੀਆਂ ਪ੍ਰੈਸ ਕਾਨਫਰੰਸਾਂ ਹੋਈਆਂ, ਭਾਈ ਮਨਜੀਤ ਸਿੰਘ ਨੇ ਉੱਥੇ ਕਿਹਾ, ਔਰ ਬੋਨੀ ਅਜਨਾਲਾ ਨੇ ਤਾਂ ਹਾਈ ਕੋਰਟ ਚਲਾ ਗਿਆ ਬਿਕਰਮ ਮਜੀਠੀਆ ਦੇ ਖਿਲਾਫ ਵੀ, ਦੂਜੇ ਕੇਸਿਸ ਦੇ ਮਤਲਬ ਬਾਗੀ ਹੋ ਗਈ ਉਸ ਗੱਲ।
ਅਲਵਿੰਦਰਪਾਲ ਸਿੰਘ ਪੱਖੋਕੇ ਜਿਹੜਾ ਵਾਈਸ ਪ੍ਰੈਜ਼ੀਡੈਂਟ ਐਸਜੀਪੀਸੀ ਦਾ ਵੀ ਰਿਹਾ ਵੱਡੇ ਨੂੰ, ਉਹਨੇ ਆਪਣੇ ਗਰੁੱਪ ਨਾਲ ਪ੍ਰੈਸ ਕਾਨਫਰੰਸ ਕਰਤੀ ਹੈ ਕਿ ਜੀ ਇਹ ਪ੍ਰਧਾਨਗੀ ਤੋਂ ਅਸਤੀਫਾ ਹੋਣਾ ਚਾਹੀਦਾ, ਸਾਰਾ ਨਵਾਂ ਹੋਣਾ ਚਾਹੀਦਾ। ਇੱਕ ਪ੍ਰੋਸੈਸ ਚੱਲ ਪਿਆ। ਉਹ ਜਿਹੜੀ ਪ੍ਰਕਿਰਿਆ ਕਰਨੈਲ ਸਿੰਘ ਪੰਜੋਲੀ ਪਹਿਲਾਂ ਕਹਿ ਚੁੱਕੇ ਨੇ ਕਿ ਪ੍ਰਧਾਨ ਨੂੰ ਵੀ ਅਸਤੀਫਾ ਦੇਣ ਦੀ ਲੋੜ ਹੈ, ਦਿੱਤਾ ਜਾਣਾ ਚਾਹੀਦਾ। ਔਰ ਬਾਕੀ ਦੇ ਲੋਕ ਵੀ ਹੋਰ ਜਿਹੜੇ ਹੌਲੀ ਹੌਲੀ ਜਿਹੜਾ ਇੱਕ ਮਾਹੌਲ ਬਣ ਰਿਹਾ ਹੈ, ਉਹ ਮਾਹੌਲ ਮੈਨੂੰ ਲੱਗਦਾ ਮਜਬੂਰ ਕਰੇਗਾ ਜਾਂ ਸੁਖਬੀਰ ਸਿੰਘ ਅਸਤੀਫਾ ਦੇਣਗੇ ਜਾਂ ਫਿਰ ਇੱਕ ਵੱਡੀ ਫੁੱਟ ਲਈ ਤਿਆਰ ਰਹਿਣਗੇ ਕਿ ਉਹਦੇ ਨਾਲ ਅਕਾਲੀ ਦਲ ਨਹੀਂ ਰਹੂਗਾ ਘੱਟੋ ਘੱਟ। ਤੇ ਇਹਦੇ ਚ ਲੱਗਦਾ ਹੈ ਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਹੁਣ ਰਾਸ਼ਟਰਪਤੀ ਦੀ ਚੋਣ ਚ ਫੈਸਲਾ ਲਿਆ ਸੀ ਕਿ ਉਹ ਫਿਰ ਦੁਬਾਰਾ ਨਵੇਂ ਸਿਰੇ ਤੋਂ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਦਾ ਸਹਿਯੋਗੀ ਬਣਾਉਣਾ ਚਾਹੁੰਦੇ। ਇਹਦੇ ਚ ਕੁਝ ਸੀਨੀਅਰ ਲੀਡਰਾਂ ਨਾਲ ਗੱਲਬਾਤ ਜਦੋਂ ਹੁੰਦੀ ਹੈ ਤਾਂ ਉਹਨਾਂ ਦਾ ਇਹ ਮਹਿਸੂਸ ਕਰਨਾ ਹੈ, ਉਹ ਮਹਿਸੂਸ ਇਹ ਕਰ ਰਹੇ ਨੇ ਕਿ ਸਿਮਰਜੀਤ ਮਾਨ ਦੇ ਜਿੱਤਣ ਤੋਂ ਬਾਅਦ ਇੱਕ ਜਿਹੜਾ ਆਈਡੀਆ ਵੇਚਿਆ ਜਾ ਰਿਹਾ ਹੈ ਉੱਪਰ ਖਾਸ ਤੌਰ ਤੇ, ਉਹ ਕਹਿੰਦੇ ਨੇ ਗੱਲਬਾਤ ਚੱਲ ਰਹੀ ਹੈ ਜਾਂ ਹੋ ਗਈ ਹੈ, ਕਿਸੇ ਨੂੰ ਕਨਫਰਮ ਤਾਂ ਨਹੀਂ ਹੈ ਵੀ ਇੱਕ ਲੈਵਲ ਦੀ ਅੰਡਰਸਟੈਂਡਿੰਗ ਹੋ ਚੁੱਕੀ ਹੈ ਰਾਸ਼ਟਰਪਤੀ ਦੇ ਮਾਮਲੇ 'ਚ, ਕਿ ਕੱਲ ਨੂੰ ਫੇਰ ਜਿਹੜੇ ਰੈਡੀਕਲ ਨੇ ਉਹ ਕਿਤੇ ਜਿਹੜਾ ਲੋਕਾਂ ਦਾ ਮਿਜਾਜ ਹੈ ਜਿਵੇਂ ਮਾਨ ਵੱਲ ਚਲਾ ਗਿਆ ਵੋਟਿੰਗ ਦੇ ਉਧਰ ਨਾ ਚਲਾ ਜਾਏ। ਤੁਹਾਨੂੰ ਸਾਡੇ ਵਰਗੀ ਜਿਹੜੀ ਟਰਸਟਡ ਲੀਡਰਸ਼ਿਪ ਚਾਹੀਦੀ ਹੈ ਪੰਜਾਬ 'ਚ, ਜਿਵੇਂ ਬਾਦਲ ਸਾਹਿਬ ਨੇ ਇੱਕ ਲੈਵਲ ਦਾ ਕਰਕੇ ਕੀਤਾ ਸੀ, ਸੁਖਬੀਰ ਉਹ ਕਹਿੰਦੇ ਨੇ ਅਕਾਲੀ ਦਲ ਦੀ ਲੀਡਰਸ਼ਿਪ ਦਾ ਇੱਕ ਗਰੁੱਪ ਅੰਦਰੋਂ ਇਹ ਮਹਿਸੂਸ ਕਰ ਰਿਹਾ ਕਿ ਉਹ ਇਹ ਗੇਮ ਵੀ ਇੱਕ ਲੈਵਲ ਦੀ ਚੱਲ ਰਹੀ ਹੈ ਬੀਜੇਪੀ ਨਾਲ ਦੋਸਤੀ ਦੀ। ਪਰ ਮੈਨੂੰ ਇਹ ਲੱਗਦਾ ਕਿ ਉਹ ਵੀ ਤਾਂ ਚੱਲਦੀ ਹੁੰਦੀ ਹੈ ਜੇ ਤੁਹਾਡੀ ਝੋਲੀ 'ਚ ਦਾਣੇ ਨੇ, ਜੇ ਤੁਹਾਡਾ ਗਰੁੱਪ ਹੀ ਪੂਰਾ ਮੈਜੋਰਿਟੀ ਦੂਜੇ ਪਾਸੇ ਖੜ ਗਿਆ ਫਿਰ ਨਹੀਂ, ਫਿਰ ਉਹ ਵੀ ਭਾਅ ਨਹੀਂ ਦਿੰਦੇ, ਫਿਰ ਉਹ ਦੂਜੇ ਗਰੁੱਪ ਨੂੰ ਦੇਖਣਗੇ ਤੁਹਾਡੇ ਨਾਲ ਕਿਉਂ ਕਰਨਗੇ ਜਿਹੜੀਆਂ ਬਾਕੀ ਚੀਜ਼ਾਂ ਨੇ। ਇਹ ਉਦੋਂ ਚੱਲਦਾ ਜਦੋਂ ਪ੍ਰਕਾਸ਼ ਸਿੰਘ ਬਾਦਲ ਵੱਡਾ ਲੀਡਰ ਸੀ, ਅਨਡਿਸਪਿਊਟਡ ਟਾਈਪ ਲੀਡਰ ਸੀ ਜਿਹਦੇ 'ਚ ਸਾਰੇ ਬੰਦੇ ਆਉਂਦੇ ਸੀ, ਉਹਦੀ ਤਾਂ ਮੰਨਦੇ ਹੀ ਸੀ ਘੱਟੋ ਘੱਟ, ਉਦੋਂ ਤੱਕ ਉਹਨਾਂ ਨੂੰ ਲੱਗਦਾ ਸੀ ਕਿ ਹਾਂ ਠੀਕ ਹੈ ਉਹਦੇ ਨਾਲ ਇਹ ਚੱਲਣਾ। ਔਰ ਹੁਣ ਕਿੰਨਾ ਕੁ ਸੁਖਬੀਰ ਬਾਦਲ ਦਾ ਅਸਰ ਹੈ, ਬਾਦਲ ਪੁਰਾਣੇ ਵੱਡੇ ਬਾਦਲ ਦੀ ਪਰਸਨਲ ਰਿਲੇਸ਼ਨ ਵੀ ਸੀ ਇੱਕ ਲੈਵਲ ਦੇ, ਲੰਮੇ ਸਮੇਂ ਤੋਂ ਇੱਕ ਪ੍ਰੋਸੈਸ ਸੀ, ਔਰ ਇੰਡੀਅਨ ਸਟੇਟ ਨਾਲ ਵੀ ਇੱਕ ਲੈਵਲ ਦੀ ਅੰਡਰਸਟੈਂਡਿੰਗ ਸੀ। ਮੈਨੂੰ ਲੱਗਦਾ ਸੁਖਬੀਰ ਬਾਦਲ ਦਾ ਉਹ ਕੱਦ ਅਜੇ ਤੱਕ ਨਹੀਂ ਬਣਿਆ ਤੇ ਜਾਂ ਇਸ ਲੈਵਲ ਦਾ ਭਰੋਸਾ ਨਹੀਂ ਅਜੇ ਤੱਕ ਬਣਿਆ ਕਿ ਉਹਦੀ ਉਹ ਮੈਚੁਰਿਟੀ ਹੈ ਕਿ ਓਡੇ ਲੈਵਲ ਦੇ ਯਕੀਨ ਕੀਤਾ ਜਾਏ ਜਾਂ ਕਰਨ ਜਾਂ ਲੋਕ ਜਾਂ ਉਸ ਲੈਵਲ ਤੇ ਹੋਏ। ਪਰ ਇਹ ਗੱਲ ਹੈ ਜ਼ਰੂਰ ਹੈ ਅੰਦਰ ਅਕਾਲੀ ਦਲ ਦੇ ਅੰਦਰ ਸਿਮਰ ਕਰ ਰਹੀ ਹੈ, ਚਰਚਾ ਦੇ ਅੰਦਰ ਜ਼ਰੂਰ ਹੈ। ਇਹ ਹਮੇਸ਼ ਸਿੰਘ ਜੀ ਆਪਣਾ ਟਾਈਮ ਵੀ ਸਮਾਪਤ ਹੋ ਰਿਹਾ ਪ੍ਰੋਗਰਾਮ ਦਾ, ਕੋਈ ਆਖਰੀ ਤੁਸੀਂ ਇਹਦੇ ਤੇ ਗੱਲ ਕਹਿਣੀ ਹੋਵੇ ਦੋਨਾਂ ਮੁੱਦਿਆਂ ਤੇ ਜਿਨ੍ਹਾਂ ਤੇ ਆਪਾਂ ਗੱਲ ਕੀਤੀ ਹੈ, ਇੱਕ ਤਾਂ ਬਰਗਾੜੀ ਵਾਲਾ ਮੋਰਚਾ, ਇੱਕ ਅਕਾਲੀ ਦਲ ਦੇ ਸੰਬੰਧ ਚ। ਮੈਨੂੰ ਇਹ ਲੱਗਦਾ ਕਿ ਬਰਗਾੜੀ ਵਾਲਾ ਮੋਰਚਾ ਤੇ ਅਕਾਲੀ ਦਲ ਵੀ, ਜੇ ਬਰਗਾੜੀ ਵਾਲੇ ਤੇ ਇਨਸਾਫ ਨਹੀਂ ਮਿਲਦਾ ਤਾਂ ਪੰਜਾਬ ਬੇਚੈਨ ਨਹੀਂ ਰਹੇਗਾ। ਇਹ ਸਰਕਾਰ ਦੀ ਜ਼ਿੰਮੇਵਾਰੀ ਵੀ ਹੈ ਤੇ ਸਾਰੀਆਂ ਉਹਨਾਂ ਧਿਰਾਂ ਦੀਆਂ ਵੀ ਜਿਹੜੇ ਕੋਸ਼ਿਸ਼ ਕਰਨਗੇ ਕਿਸੇ ਨਾ ਕਿਸੇ ਤਰੀਕੇ ਨਾਲ ਲੱਗੇ ਕਿ ਆ ਇਨਸਾਫ ਹੋਇਆ, ਨਹੀਂ ਤਾਂ ਬੇਚੈਨੀ ਰਹੇਗੀ ਤਾਂ ਸਾਰਾ ਪੰਜਾਬ ਭੁਗਤਦਾ ਬੇਚੈਨੀ ਨੂੰ, ਕੋਈ ਇੱਕ ਬੰਦਾ ਤਾਂ ਭੁਗਤਦਾ ਨਹੀਂ, ਸਾਰੇ ਉਹਦੇ ਖਮਿਆਜਾ। ਦੂਜਾ ਅਕਾਲੀ ਦਲ ਵਰਗੀ 100 ਸਾਲ ਪੁਰਾਣੀ ਪਾਰਟੀ, ਐਡੀਆਂ ਵੱਡੀਆਂ ਕੁਰਬਾਨੀਆਂ ਤੇ ਪੰਜਾਬ ਦੀ ਜ਼ਮੀਨ 'ਚੋਂ ਉੱਠੀ ਪਾਰਟੀ ਹੈ ਤੇ ਇਹਦਾ ਮਰਨਾ ਵੀ ਜੇ ਇਹ ਬਿਲਕੁਲ ਖਤਮ ਹੁੰਦੀ ਹੈ ਤਾਂ ਪੰਜਾਬ ਲਈ ਉਹ ਬਹੁਤ ਵੱਡਾ ਲਾਸ ਹੋਏਗਾ। ਇਹ ਸੁਧਰੇ ਰੂਪ ਦੇ ਵਿੱਚ ਪੰਜਾਬੀਆਂ ਦੀ ਔਰ ਪੰਥਕ ਉਹ ਤਰਜਮਾਨੀ ਕਰਨ ਵਾਲੀ ਰੀਅਲ ਪਾਰਟੀ ਦੇ ਰੂਪ ਦੇ ਵਿੱਚ ਰਿਵਾਈਵ ਹੋਣ ਦਾ ਜਿਹੜਾ ਮਤਲਬ ਪੰਜਾਬੀਆਂ ਦੀ ਖਾਹਿਸ਼ ਜ਼ਰੂਰ ਹੈ ਤੇ ਇਹਨੂੰ ਬਿਲਕੁਲ ਛੱਡ ਦੇਣ ਦੀ ਤਮੰਨਾ ਨਹੀਂ ਹੈ ਲੋਕਾਂ ਦੀ, ਪਰ ਇੱਕ ਕੁਝ ਕੰਟਰੋਲ ਛਡਾਉਣ ਦੀ ਤਮੰਨਾ ਹੈ ਮੇਰੇ ਖਿਆਲ ਹੈ ਰੀਅਲ ਸੈਂਸ ਦੇ ਵਿੱਚ। ਔਰ ਭਾਵਨਾਵਾਂ ਇਹ ਦੋਨੇ ਮੁੱਦਿਆਂ ਤੇ ਇਹ ਮੇਰੀ ਜੱਜਮੈਂਟ ਇਹ ਹੈ ਕਿ ਪੰਜਾਬੀਆਂ ਦੀ ਇਹ ਭਾਵਨਾ ਹੈਗੀ ਹੈ ਜ਼ਰੂਰ। ਇਹ ਸਾਡਾ ਇੱਥੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਹਮੀਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ।